वाहेगुरु जी का खालसा वाहेगुरु जी की फतेह। पतत पावन भगत वत्सल करुणा निधान रहमतां दे सागर श्री गुरु ग्रंथ साहिब सच्चे पातशाह जी दी पावन हजूरी विच बड़े ही अदब सहत शाम दे दीवाना विच आप जी जुड़ बैठे हो। आओ इस वक्त नूं सुहेला बनाइए। सच्चे पातशाह जी की अगमी कथा दे विचों आप जी ने सरवण कीता सी। गुरु नानक साहब सच्चे पातशाह जी अपने नगर तो सुल्तानपुर की पावन धरती वाल कूच करन लगे ने। जाते वक्त पिताजी ने अपने पुत्र नूं दुनियावी दौलत कमाउण दा तरीका ते वल दस्सिया। इस पैसे के की लाभ ने बड़ी जानकारी भरपूर भी समझा रहे हैं। काफी गल्लां तो बाद सतगुरां ने सत वचन आखे है। आग्ञा लेके भैन जी दे पिंड सुल्तानपुर लोधी पहुंच गए। धर्म पत्नी समेत जो सतगुरां नूं आया वेखिया, सतगुरां दे भैन बेबे नानकी जी बड़े चाह विच ने, बड़े खुश ने। आओ भगत कीती, सुखी शांति स्नेह प्राप्त कीते ने। इन्हां सारे प्रसंगां नूं आप जी ने सरवण कीता है। आओ कुछ समा मन चित बिरतियां नूं एकाग्र चित बनाइए। पाओ प्रेम की सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सुनिए श्री अंगद कह बाला ओ सुन सुध आपन तत्काला। दीन दुनिया दे मालिक गुरु नानक साहिब सच्चे पातशाह, गुरुआं दे पूरे गुरु, पीरां दे पीर, जदों रहबर सतगुरु चल के सुल्तानपुर लोधी की पावन धरती ते आए ने, भाई बाला जी आखन लगे ऐतार पिता गुरु अंगद दे महाराज, जिस वेले मैनू सतगुरां दे गुरु बाबे दे आउण दा पता लग्या, सुभाविक गल सी, मेरी खुशी दा ठिकाना कोई नहीं। किन्ना चाह सी मैनू सतगुरां दे आउण दा। मैं मोदी खाने ते बैठा, जिस वेले मैनू एक खबर प्राप्त हुई भी सतगुरु जी चल के वापस पिंडों सुल्तानपुर आ गए, मैनू चैन नहीं आया, मेरा चित नहीं लगया। उस वेले मैं अपना काम छड़ दिता। गामणियों जह वैसे गंद दाई, दर्श दे लाल से अदकाई। मैं उस वेले तैयार होया, कुछ पतासे चुके आ, कुछ गुड़ दे मिठा।
ਨੰਗੇ ਪੈਰ ਹੀ ਮੈਂ ਘਰ ਨੂੰ ਦੌੜਿਆ। ਮੋਦੀ ਖਾਨੇ ਤੇ ਆਪਣੇ ਸਾਥੀਆਂ ਨੂੰ, ਸੇਵਾਦਾਰਾਂ ਨੂੰ ਬਿਠਾ ਕੇ ਕਹਿੰਦੇ ਜਿੱਥੇ ਮੁਕਤੀ ਦੇ ਦਾਤੇ ਸਤਿਗੁਰ ਪਲੰਘੇ ਤੇ ਬੈਠੇ ਸੀ, ਭਾਈ ਬਾਲਾ ਜੀ ਕਹਿੰਦੇ ਮੈਂ ਦੂਰੋਂ ਹੀ ਵੇਖ ਲਿਆ। ਮੈਨੂੰ ਵੇਖ ਸੱਚੇ ਪਾਤਸ਼ਾਹ ਆਪ ਉੱਠ ਪਏ ਵੀ ਭਾਈ ਬਾਲਾ ਤੁਰਿਆ ਹੁੰਦਾ ਹੈ। ਕਹਿੰਦੇ ਮੈਂ ਭੱਜ ਕੇ ਦੇਰ ਨਾ ਲਾਈ, ਸਤਿਗੁਰਾਂ ਦੇ ਚਰਨ ਫੜ ਲਏ, ਚਰਨਾਂ ਤੇ ਸਿਰ ਰੱਖਿਆ ਏ। ਜਬ ਹੈ ਬਿਲੋਕੇ ਬੇਦੀ ਨੰਦਨ, ਪਾਦ ਅਰਵਿੰਦ ਕੀਨੀ ਬੰਦਨ। ਜਦੋਂ ਮੈਂ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ, ਮੈਨੂੰ ਮਹਾਰਾਜ ਨੇ ਰੋਕਿਆ। ਕਹਿੰਦੇ ਬਾਲਿਆ ਤੂੰ ਤਾਂ ਨਾ ਕਰਿਆ ਕਰੇਗਾ, ਤੈਨੂੰ ਥੋੜਾ ਸ਼ੋਭਾ ਦਿੰਦੇ ਆ। ਥੋੜੀ ਦੇਰ ਬਾਅਦ ਸਤਿਗੁਰੂ ਗਲਵੱਕੜੀ ਪਾ ਕੇ ਪੁੱਛਦੇ, ਕਹਿੰਦੇ ਬਾਲਿਆ ਕੀ ਹਾਲ ਹੈ? ਮੈਂ ਆਪ ਮੁਹਾਰੇ ਆਖਿਆ ਮਹਾਰਾਜ ਤੁਹਾਨੂੰ ਵੇਖ ਹੁਣ ਆਨੰਦ ਵਜਿਆ। ਆਖੋ ਸਤਿਨਾਮ। ਤੁਹਾਡੇ ਬਿਨਾਂ ਤੇ ਹਾਲ ਐਸਾ ਸੀ ਜਿਵੇਂ ਮੱਛੀ ਬਿਨਾਂ ਪਾਣੀ ਦਾ, ਪਾਣੀ ਬਿਨਾਂ ਮੱਛੀ ਦਾ, ਐਸੀ ਹਾਲਤ ਹੈ ਮੇਰੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਆ, ਸਤਿਗੁਰਾਂ ਨੇ ਥਾਪੜਾ ਦਿੱਤਾ। ਕਹਿੰਦੇ ਵੇਖ ਵਾਲਿਆ ਤੇਰੇ ਨਾਲ ਇਕਰਾਰ ਕੀਤਾ ਸੀ 1 ਮਹੀਨੇ ਦਾ, ਪੂਰੀ ਸਮੇਂ ਸੀਮਾ ਦੇ ਵਿੱਚ ਤੇਰੇ ਪਾਸ ਆ ਗਏ ਆ। ਚਿਤ ਕਰ ਤਾਰ ਰਹੇ ਕਹਿ ਬਾਨੀ, ਕੁਸ਼ਲ ਬੂਝ ਬਹੁ ਕਰਨਾ ਤਾਨੀ। ਮੈਂ ਸਤਿਗੁਰਾਂ ਦੇ ਪਾਸੋਂ ਸੁੱਖ ਸਾਂਦ ਪੁੱਛੀ ਪਿੰਡ ਦੀ, ਕਿਉਂਕਿ ਭਾਈ ਬਾਲਾ ਜੀ ਉਸੇ ਨਗਰ ਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਗਵਾਂਢੀ ਭਾਈ ਨੇ। ਜਦੋਂ ਗੁਰੂ ਸਾਹਿਬ ਆਏ ਸੀ ਵਾਪਸ, ਇਹਨਾਂ ਦੇ ਪਿਤਾ ਚੰਦਰਭਾਨ ਜੀ ਸਤਿਗੁਰਾਂ ਨੂੰ ਮਿਲਣ ਆਏ ਸੀ, ਆਪਣੇ ਪੁੱਤਰ ਦੇ ਪ੍ਰਤੀ ਵੀ ਕੁਝ ਸੁਨੇਹੇ ਭੇਜੇ ਸੀ। ਮਰਦ ਸੱਚੇ ਪਾਤਸ਼ਾਹ ਕਹਿੰਦੇ ਸਤ ਕਰਤਾਰ ਦੀ ਬੜੀ ਕਿਰਪਾ ਹੈ, ਬਾਲਿਆ ਤੇਰੇ ਮਾਤਾ ਪਿਤਾ ਬੜੇ ਪ੍ਰਸੰਨ ਨੇ, ਬਹੁਤ ਖੁਸ਼ ਨੇ। ਉਹਨਾਂ ਨੂੰ ਖੁਸ਼ੀ ਹੈ ਤੂੰ ਕੰਮ ਲੱਗਿਆ ਹੋਇਆ, ਤੂੰ ਕਿਰਤ ਕਰਦਾ ਹੈ। ਕਿਉਂਕਿ ਇਸ ਬੋਧੀ ਖਾਨੇ ਵਿੱਚ ਜੋ ਬੱਚਤ ਹੁੰਦੀ ਸੀ ਉਹ ਚੋਂ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਆਪਣੇ ਵੱਲੋਂ ਦੇ ਦਿੰਦੇ ਸੀ। ਪਰ ਭਾਈ ਬਾਲਾ ਜੀ ਇਨਕਾਰ ਕਰਦੇ ਸੀ, ਮਰਦ ਮੈਨੂੰ ਮਾਇਆ ਨਹੀਂ ਚਾਹੀਦੀ। ਸਤਿਗੁਰ ਕਹਿੰਦੇ ਨਹੀਂ, ਤੇਰਾ ਮਿਹਨਤਾਨਾ ਹੈ, ਜੋ ਮਰਜ਼ੀ ਕਰ। ਸੁਖ ਸਾਂਦ ਹੋਈ ਹੈ। ਨਗਰ ਬਾਰੇ ਪੁੱਛਿਆ, ਰਾਏ ਬੁਲਾਰ ਜੀ ਬਾਰੇ ਪੁੱਛਿਆ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੇ ਮੁਖ ਤੋਂ ਸੁਣ ਕੇ ਮੈਨੂੰ ਏਦਾਂ ਲੱਗਿਆ ਮੈਂ ਪਿੰਡ ਦਾ ਫੇਰਾ ਪਾ ਕੇ ਆਇਆ ਹਾਂ, ਜਿਵੇਂ ਆਪ ਨਗਰ ਵੇਖਿਆ ਹੋਵੇ। ਹੋਂ ਬੋਲਿਓ ਨਿਤ ਕੁਸ਼ਲ ਮੇਰੇ, ਕਰੇ ਨਿਕੰਦਨ ਦੁਖੇ ਕਵੇਰੇ। ਗੁਰੂ ਸਾਹਿਬ ਪੁੱਛਦੇ ਆ ਬਾਲਾ ਜੀ ਫਿਰ ਮੋਦੀ ਖਾਨੇ ਤੇ ਕਿਵੇਂ ਸਮਾਂ ਬਤੀਤ ਹੁੰਦਾ ਰੇ? ਘਾਟ ਬਾਤ ਹੋਈ। ਮੈਂ ਹੱਥ ਜੋੜ ਕੇ ਆਖਿਆ ਮਰਦ ਤੁਹਾਡੀ ਕਿਰਪਾ ਕੁਸ਼ਲ ਮੰਗਲ ਹੈ, ਬੜੀ ਰਹਿਮਤ। ਬਸ ਏਦਾਂ ਹੀ ਸੀ ਜਿਵੇਂ ਆਪ ਵਰਤਦੇ ਹੋ ਉਹ ਹੀ ਵਰਤਾਰਾ ਵਰਤਦਾ ਰਿਹਾ। ਇੱਕ ਵੀ ਦਿਨ ਐਸਾ ਨਹੀਂ ਆਇਆ ਕਦੇ ਘਾਟ ਬਾਤ ਹੋਈ ਹੋਵੇ। ਧਿਆਨ ਤਮਾਰੋ ਲਿਦੇ ਬਸਾਵਾ, ਤੀਨ ਤਾਪ ਤਨ ਸੋਹਨ ਨ ਪਾਵਾ। ਗਰੀਬਨਵਾਦ ਜਿਨ੍ਹਾਂ ਨੇ ਤੁਹਾਡਾ ਧਿਆਨ ਆਪਣੇ ਹਿਰਦੇ ਵਿੱਚ ਰੱਖਿਆ ਹੈ, ਉਹਨਾਂ ਦੇ ਤਿੰਨੇ ਤਾਪ ਕੱਟੇ ਜਾਂਦੇ ਆ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕਉ ਬਿਗਲ ਨਾ ਕੋ ਲਾਗੈ ਜਾਗੀ, ਪ੍ਰਭ ਆਗੈ ਅਰਦਾਸ। ਜਿਨ੍ਹਾਂ ਦੇ ਹਿਰਦੇ ਦੀ ਬੇਨਤੀ ਹੈ, ਅੰਦਰ ਦੀ ਪੀੜਾ ਹੈ, ਅੰਦਰ ਦੀ ਅਰਦਾਸ ਹੈ, ਕਹਿੰਦੀ ਉਹਨਾਂ ਨੂੰ ਤਿੰਨੇ ਤਾਪ ਨਹੀਂ ਲੱਗਦੇ। ਤਿੰਨ ਤਾਪ ਕਿਹੜੇ ਆ? ਆਦ, ਵਿਆਦ ਅਤੇ ਉਪਾਦ। ਤਿੰਨੇ ਹੀ ਵੱਖ-ਵੱਖ ਨੇ। ਆਦੀਆਂ ਸਰੀਰ ਦੇ ਰੋਗ, ਵਿਆਧੀਆਂ ਮਾਨਸਿਕ ਰੋਗ, ਉਪਾਧੀਆਂ ਆ ਦੁਨਿਆਵੀ ਝਗੜੇ, ਕੇਸ ਕਚਹਿਰੀਆਂ, ਕੋਰਟ ਕਚਹਿਰੀਆਂ, ਲੜਾਈਆਂ, ਇਹ ਉਪਾਦ ਹੋ ਗਿਆ। ਤਿੰਨੇ ਤਰ੍ਹਾਂ ਦੇ ਰੋਗ ਪਾਤਸ਼ਾਹ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਹੈ। ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਇਹ ਬਚਨ ਆਖੇ ਨੇ। ਪ੍ਰੇਮੀ ਮੁਤੇ ਨਗਰ ਕੇ ਜੀ, ਦਰਸ਼ਨ ਕਰਨ ਆਏ ਸਭ ਤੇ। ਥੋੜੀ ਦੇਰ ਦੀ ਗੁਫ਼ਤਗੂ ਤੋਂ ਬਾਅਦ, ਬਚਨ ਬਲਾਸਾਂ ਤੋਂ ਬਾਅਦ, ਸਤਿਗੁਰਾਂ ਨੂੰ ਪ੍ਰੇਮ ਕਰਨ ਵਾਲੇ ਸੁਲਤਾਨਪੁਰ ਦੀ ਧਰਤੀ ਦੇ ਜਿਹੜੇ ਲੋਕ ਸਨ, ਜਿਨ੍ਹਾਂ ਨੂੰ ਪ੍ਰੇਮੀ ਕਿਹਾ ਜਾਂਦਾ ਹੈ। ਚਲੋ ਅੱਜ ਕੱਲ੍ਹ ਤੇ ਪ੍ਰੇਮੀ ਕਿਸੇ ਹੋਰ ਡਿਪਾਰਟਮੈਂਟ ਤੇ, ਪਰ ਪ੍ਰੇਮੀ ਸ਼ਬਦ ਪ੍ਰੇਮ ਕਰਨ ਵਾਲਿਆਂ ਨਾਲ ਜੁੜਦਾ ਹੈ।
ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਰਨ ਵਾਲੇ, ਮੁਹੱਬਤ ਕਰਨ ਵਾਲੇ, ਕਹਿੰਦੇ ਆਪ ਮੁਹਾਰੇ ਰੁਕਿਆ ਨਾ ਗਿਆ, ਘਰ ਹੀ ਆਉਣ ਲੱਗੇ। ਬੇਵੱਸ ਸੀ ਉਹ, ਜਿਹੜੇ ਸਤਿਗੁਰਾਂ ਨੂੰ ਚਾਹੁੰਦੇ ਸੀ। ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਕੇ, ਚਰਨੀ ਬੰਦਨਾ ਕਰਕੇ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਏ। ਬੰਦੈ ਪਦ ਅਰਬਿੰਦ ਮੁਕੰਦ, ਸਨਮਨ ਹੈ ਸਭ ਕੋ ਸੁਖ ਕੰਦਾ। ਤੇ ਸੁੱਖਾਂ ਦੇ ਦਾਤੇ ਸਤਿਗੁਰੂ ਸਭ ਦਾ ਸਨਮਾਨ ਕਰਦੇ ਆ, ਭਾਵੇਂ ਕੋਈ ਗਰੀਬ ਸੀ, ਕੋਈ ਅਮੀਰ ਸੀ, ਧਨਾੜ ਸੀ, ਅਣਜਾਣ ਸੀ। ਜਿਹੜਾ ਵੀ ਚੱਲ ਕੇ ਆਉਂਦਾ ਹੈ ਗੁਰੂ ਸਾਹਿਬ ਗਲ ਨਾਲ ਲਾਉਂਦੇ ਆ, ਜਲ ਪਾਣੀ ਪੁੱਛਦੇ ਆ, ਕੱਲਾ ਪੁੱਛਦੇ ਨਹੀਂ, ਛਕਾਉਂਦੇ ਵੀ ਆ। ਕਹਿੰਦੇ ਸਭ ਨੂੰ ਘਰੇ ਬਿਠਾ ਰਹੇ ਤੇ ਸਾਰੇ ਲੋਕ ਖੁਸ਼ਖਬਰੀਆਂ, ਵਧਾਈਆਂ ਸੱਚੇ ਪਾਤਸ਼ਾਹ ਨੂੰ ਦੇ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਖਿੜੇ ਮੱਥੇ ਮਿਲਦੇ ਆ, ਹੱਸ ਕੇ ਮਿਲਦੇ ਆ। ਜਿਨ੍ਹਾਂ ਨੂੰ ਸਤਿਗੁਰ ਹੱਸ ਕੇ ਮਿਲਦੇ, ਕਹਿੰਦੇ ਦੁੱਖ ਦੂਰ ਹੋ ਜਾਂਦੇ। ਉਹਨਾਂ ਲੋਕਾਂ ਦਾ ਅੰਦਰ ਦਾ ਵੈਰ ਵਿਰੋਧ, ਆਪਾ ਭਾਵ ਪਲਾਂ ਵਿੱਚ ਮਿਟ ਜਾਂਦਾ ਏ। ਅਸ ਬਿਦ ਬਾਸੁਰ ਸਰਬ ਬਿਤਾਵਾ, ਭਈ ਪਰ ਦੋਖ ਤਿਮਰ ਨ ਬਛਾਵਾ। ਹੁਣ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਇਦਾਂ ਹੀ ਬਤੀਤ ਹੋਇਆ। ਲੋਕ ਮਿਲਣ ਬਹੁਤ ਆ ਰਹੇ ਆ, ਗੁਰੂ ਸਾਹਿਬ ਸਭ ਨੂੰ ਬਾਰੀ ਸਿਰ ਮਿਲ ਰਹੇ ਆ। ਕਵੀ ਜੀ ਆਖਦੇ ਨੇ, ਕਹਿੰਦੇ ਸ਼ਾਮ ਦਾ ਵੇਲਾ ਹੋਇਆ, ਸੂਰਜ ਛਿਪਣ ਲੱਗ ਪਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਠੇ ਨੇ, ਕਿਉਂਕਿ ਜਦੋਂ ਸੂਰਜ ਛਿਪਿਆ ਲੋਕੀ ਆਪੋ ਆਪਣੇ ਘਰਾਂ ਨੂੰ ਜਾਣ ਲੱਗ ਪਏ। ਭਾਈ ਬਾਲਾ ਜੀ ਗਏ ਨੇ, ਮੋਦੀ ਖਾਨਾ ਵਧਾਇਆ। ਸ਼ਾਮ ਦਾ ਵੇਲਾ ਹੋਇਆ, ਸੂਰਜ ਛਿਪਿਆ ਹੈ, ਤਾਲਾ ਲਾ ਕੇ ਆ ਗਏ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸਫ਼ਰ ਵਿੱਚੋਂ ਆਏ ਨੇ, ਸਰੀਰ ਨੂੰ ਥਕਾਵਟ ਹੈ, ਆਰਾਮ ਕਰਨਾ ਚਾਹੁੰਦੇ ਹਨ। ਨਾਨਾ ਰਸ ਵਿਅੰਜਨ ਕਰਵਾਏ, ਨਿਕਟ ਨਾਨਕੀ ਬੈਸ ਜਿਵਾਏ। ਸਤਿਗੁਰਾਂ ਦੇ ਭੈਣ ਜੀ ਬੇਬੇ ਨਾਨਕੀ ਜੀਆਂ ਨੇ, ਕਹਿੰਦੇ ਸ਼ਾਮ ਵੇਲੇ ਦਾ ਭੋਜਨ ਆਪਣੇ ਹੱਥੀਂ ਤਿਆਰ ਕੀਤਾ। ਮਿੱਠੇ ਪਦਾਰਥ, ਚਟਪਟੇ, ਨਮਕੀਨ, ਬੜੀਆਂ ਰੀਝਾਂ ਦੇ ਨਾਲ ਉਹਨਾਂ ਨੇ ਆਪਣੇ ਵੀਰ ਤੇ ਭਰਜਾਈ ਵਾਸਤੇ ਭੋਜਨ ਬਣਾਇਆ। ਕਹਿੰਦੇ ਕੋਲ ਬਹਿ ਕੇ ਛਕਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਨੇ, ਭੋਜਨ ਛਕਦੇ ਨੇ। ਨਾਲ ਉਹਨਾਂ ਦੇ ਧਰਮ ਪਤਨੀ ਸੁਲੱਖਣੀ ਜੀ, ਜੋ ਸਾਡੇ ਮਾਤਾ ਜੀ ਨੇ, ਉਹ ਬੈਠੇ ਤੇ ਭੈਣ ਨਾਨਕੀ ਆਪਣੇ ਵੀਰ ਤੋਂ ਬਲਿਹਾਰ ਜਾਂਦੀ ਹੈ, ਕੁਰਬਾਨ ਜਾਂਦੀ ਹੈ। ਰਹਿਣ ਵਿਖੇ ਸੈਨਿੰਗ ਪੁਨ ਕੀਨੀ, ਬੋਕਿੰਗ ਕਰ ਕੋ ਜਿਨ ਗਤ ਦੀਨੀ। ਕੁਝ ਦੇਰ ਹਾਸਾ ਮਖੌਲ ਪਰਿਵਾਰ ਵਿੱਚ ਹੋਇਆ। ਜੈਰਾਮ ਜੀ ਸਤਿਗੁਰਾਂ ਦੇ ਕੋਲ ਬੈਠੇ ਆ, ਸੁੱਖ ਸਾਂਦ ਦੀਆਂ ਗੱਲਾਂ, ਇੱਧਰ ਉੱਧਰ ਦੇ ਬਚਨ। ਕਹਿੰਦੇ ਇੰਨੇ ਨੂੰ ਸ਼ਾਮ ਘੋਰ ਹੋ ਗਈ, ਰਾਤ ਦਾ ਹਨੇਰਾ ਹੋ ਗਿਆ। ਆਪ ਪਾਤਸ਼ਾਹ ਜੀ ਆਪਣੇ ਪਲੰਘੇ ਤੇ ਬਿਰਾਜਮਾਨ ਹੋ ਗਏ, ਨਿੰਦਰਾ ਦੇ ਵਸ। ਕਿਉਂਕਿ ਖਾਣਾ ਪੀਣਾ, ਹੱਸਣਾ ਤੇ ਸੋਹਣਾ, ਭਾਵੇਂ ਕੋਈ ਅਵਤਾਰੀ ਪੁਰਸ਼ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ ਸੰਸਾਰੀ ਹੈ, ਕੋਈ ਪਾਪੀ ਹੈ, ਇਹ ਸਭ ਦੇ ਹਿੱਸੇ ਹੈ। ਕਿਉਂਕਿ ਸਰੀਰ ਦੇ ਧਰਮ ਨੇ। ਸੋਣਾ ਸਰੀਰ ਨੇ ਹੈ, ਜਾਗਣਾ ਸਰੀਰ ਨੇ ਹੈ। ਭੁੱਖ ਪਿਆਸ ਇਹ ਨਹੀਂ ਹੈ ਵੀ ਜੇ ਕੋਈ ਨਾਮ ਜਪਦਾ ਤੇ ਭੁੱਖ ਪਿਆਸ ਨਹੀਂ ਲੱਗੂਗੀ, ਘਟ ਜਾਊਗੀ। ਹੌਲੀ ਹੌਲੀ ਕਿਰਪਾ ਹੋਗੀ, ਬਿਲਕੁਲ ਹੀ ਬੰਦ ਹੋ ਜਾਂਦੀ। ਪਰ ਸਰੀਰਕ ਤੌਰ ਤੇ ਸਰੀਰ ਦਾ ਇਹ ਧਰਮ ਹੈ, ਸਰੀਰ ਨੇ ਥੱਕਣਾ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨਿੰਦਰਾਵਸ ਹੋਏ, ਕਹਿੰਦੇ ਸੁੱਖਾਂ ਭਰੀ ਰਾਤ ਸਤਿਗੁਰਾਂ ਬਤੀਤ ਕੀਤੀ ਹੈ। ਸਭ ਜਾਮ ਨਿਸ ਤਜੀ ਕੁੜਾਕਾ, ਉਠੇ ਸ਼ਾਂਤ ਦਾ ਦਰਸ਼ਨ ਜਾਕਾ। ਸ਼ਾਂਤੀ ਦੀ ਮੂਰਤ ਸਤਿਗੁਰੂ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਜਾਗ ਪਏ। ਉੱਠੇ ਨੇ, ਇਸ਼ਨਾਨ ਕੀਤਾ, ਚੰਬੜਾ ਲਾ ਕੇ ਬਹਿ ਗਏ। ਸਤਿਗੁਰਾਂ ਦੇ ਉੱਠਣ ਤੋਂ ਬਾਅਦ ਸਾਰਾ ਪਰਿਵਾਰ ਉੱਠਣ ਲੱਗ ਪਿਆ। ਨਾਲ ਹੀ ਸਤਿਗੁਰਾਂ ਦੇ ਭਾਈ ਬਾਲਾ ਜੀ ਉੱਠ ਜਾਂਦੇ ਸੀ। ਕਦੇ ਨਦੀ ਤੇ ਇਸ਼ਨਾਨ ਕਰ ਆਉਂਦੇ ਆ, ਕਦੇ ਖੂਹ ਤੇ ਕਰ ਲੈਂਦੇ ਆ, ਕਦੇ ਕਿਸੇ ਤਲਾਬ ਤੇ, ਕਿਸੇ ਢਾਬ ਤੇ ਕਰ ਲੈਂਦੇ ਨੇ। ਮਰਜ਼ੀ ਦੇ ਮਾਲਕ ਹਨ। ਸਭੇ ਸੋਚ ਸੋ ਕੀਨ ਸ਼ਨਾਨਾ, ਆਸਨ ਕਰ ਵੈਸੇ ਨਿਜ ਧਿਆਨਾ। ਇੱਧਰ ਸਤਿਗੁਰੂ ਜੀ ਆਪਣੇ ਧਿਆਨ ਵਿੱਚ ਬੈਠੇ ਨੇ, ਉਧਰ ਭੈਣ ਨਾਨਕੀ ਜੀ ਨੇ ਦੁੱਧ ਚ ਮਧਾਣੀ ਪਾਈ ਹੈ, ਦਹੀਂ ਦੇ ਵਿੱਚ ਰਿੜਕਣਾ ਸ਼ੁਰੂ ਕੀਤਾ ਹੈ। ਹੱਥਾਂ ਵਾਲੀ ਮਧਾਣੀ ਹੈ,
ਸਵਾਸ ਸਵਾਸ ਸਿਮਰਨ ਕਰਦੇ ਆ, ਬੰਦਗੀ ਕਰਦੇ ਆ। ਕਹਿੰਦੇ ਪੌਣਾ ਘੰਟਾ ਸਵਾ ਘੰਟਾ ਉਹ ਰੜਕਦੇ ਰਹੇ। ਗੁਰੂ ਸਾਹਿਬ ਉੱਠੇ ਆ, ਉੱਠ ਕੇ ਸੱਚੇ ਪਾਤਸ਼ਾਹ ਥੋੜਾ ਜਿਹਾ ਟਹਿਲੇ ਨੇ। ਭਾਈ ਬਾਲਾ ਜੀ ਤਿਆਰੀ ਕਰ ਰਹੇ ਨੇ ਮੋਦੀ ਖਾਨੇ ਵਿੱਚ ਜਾਣ ਦੀ, ਕਿਉਂਕਿ ਸਵਖਤੇ ਜਾ ਕੇ ਖੋਲ੍ਹਣਾ ਨਹੀਂ। ਬੜੇ ਲੋਕ ਨੇ ਜਿਹੜੇ ਇੱਕ ਵੇਲੇ ਦੀ ਰਸਦ ਲੈ ਕੇ ਰੋਟੀ ਪਕਾਉਂਦੇ ਸੀ। ਉਹਨਾਂ ਜ਼ਮਾਨਿਆਂ ਵਿੱਚ ਭਲੇ ਜ਼ਮਾਨੇ ਸਨ, ਕੋਈ ਬਹੁਤਾ ਸਟਾਕ ਲੋਕਾਂ ਕੋਲ ਨਹੀਂ ਸੀ ਹੁੰਦਾ। ਬਸ ਤੋਰੀ ਫੁਲਕਾ ਹੀ ਸਾਰਿਆਂ ਦਾ ਚੱਲਦਾ ਸੀ, ਕਿਉਂਕਿ ਨਾ ਕੋਈ ਅਮੀਰ ਸੀ ਨਾ ਕੋਈ ਗਰੀਬ ਸੀ। ਅਮੀਰੀ ਗਰੀਬੀ ਦੀਆਂ ਦੌੜਾਂ ਉਹਨਾਂ ਜ਼ਮਾਨਿਆਂ ਵਿੱਚ ਨਹੀਂ ਸੀ ਹੁੰਦੀਆਂ। ਜਿਹਨੂੰ ਵੇਖੋ ਸਾਰੇ ਸੁਖੀ, ਇੱਥੇ ਰੋਟੀ ਨਹੀਂ ਦੂਜੇ ਘਰ ਖਾ ਲਓ, ਦੂਜੇ ਘਰ ਨਹੀਂ ਤੀਜੇ ਘਰ ਖਾ ਲਓ, ਕਿਉਂਕਿ ਉਦੋਂ ਅੰਨ ਧਨ ਦੇ ਬਰਾਬਰ ਹੁੰਦਾ ਸੀ। ਉਦੋਂ ਦੌਲਤਾਂ ਦਾ ਰੌਲਾ ਨਹੀਂ ਸੀ, ਪੈਸੇ ਦੀ ਲੜਾਈ ਨਹੀਂ। ਅੱਜ ਅਸੀਂ ਰੋਟੀ ਪੇਟ ਭਰਨ ਵਾਸਤੇ ਨਹੀਂ ਖਾਂਦੇ, ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਖਾਂਦੇ। ਅੱਜ ਮੈਂ ਕੀ ਖਾਧਾ, ਫਲਾਣੇ ਨੂੰ ਪਤਾ ਲੱਗੇ ਮੈਂ ਮਹਿੰਗੇ ਖਾਣੇ ਖਾਣਾ। ਹੈ ਕੀ ਹੈ? ਜ਼ਹਿਰ ਹੈ। ਉਹਨਾਂ ਸਮਿਆਂ 'ਚ ਦੌੜਾ ਨਹੀਂ ਸੀ ਮੈਂ ਕੀ ਖਾਧਾ ਤੇ ਤੂੰ ਕੀ ਖਾਧਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੱਲ ਬਾਲਿਆ ਤੇਰੇ ਨਾਲ ਚੱਲੀਏ। ਬੜਾ ਸਮਾਂ ਹੋ ਗਿਆ ਮੋਦੀ ਖਾਨੇ ਤੇ ਬੈਠੇ ਨਹੀਂ। ਤਿਮਰ ਨਸੇ ਹੋਈ ਜਬ ਭੋਰਾ, ਗਾਉਣੇ ਬੋਹਰ ਨਿਖਦਿਆ ਔਰਾ। ਸਵਖਤੇ ਸਵੇਰ ਦਾ ਭੋਜਨ ਕੀਤਾ, ਨਾਲ ਕੁਝ ਭੋਜਨ ਲੈ ਗਏ ਦੁਪਹਿਰ ਵਾਸਤੇ, ਕਿਉਂਕਿ ਦੁਪਹਿਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਲੈ ਜਾਂਦੇ ਨੇ ਖਾਣਾ। ਕਦੇ ਛਕ ਲੈਂਦੇ ਨੇ, ਕਈ ਵਾਰ ਘਰੋਂ ਤਾਜ਼ਾ ਮੰਗਾ ਲੈਂਦੇ, ਆ ਕੇ ਵੀ ਛਕ ਲੈਂਦੇ, ਮਰਜ਼ੀ ਹੈ ਨਹੀਂ ਵੀ ਖਾਂਦੇ। ਮੋਦੀ ਖਾਨੇ ਦੀ ਤਰਫ ਚੱਲੇ ਨੇ। ਭਾਈ ਬਾਲਾ ਜੀ ਦੇ ਸਮੇਤ ਹੌਲੀ ਹੌਲੀ ਤੁਰੇ ਜਾ ਰਹੇ ਆ। ਸਾਰੀਆਂ ਗੱਲਾਂ ਬਾਰੇ ਪੁੱਛਦੇ ਜਾਂਦੇ ਆ, ਕੋਈ ਘਾਟ ਤੇ ਨਹੀਂ ਆਈ, ਕਮੀ ਤੇ ਨਹੀਂ ਆਈ। ਪਰ ਭਾਈ ਬਾਲਾ ਜੀ ਨੂੰ ਤੇ ਚਾਈ ਬੜਾ ਚੜਿਆ ਵੀ ਸਤਿਗੁਰ ਆ ਗਏ ਆ, ਗੁਰੂ ਸਾਹਿਬ ਨਾਲ ਬਹਿਣਗੇ। ਕਿੰਨੀ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਪ੍ਰੀਤਮ ਪਿਆਰੇ ਸੱਚੇ ਪਾਤਸ਼ਾਹ ਨਾਲ ਹੋਣ। ਕਹਿੰਦੇ ਚੱਲਦੇ ਚੱਲਦੇ ਮੋਦੀ ਖਾਨੇ ਪਹੁੰਚੇ, ਦਰਵਾਜ਼ੇ ਖੋਲੇ। ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਕੁਝ ਸੇਵਾਦਾਰਾਂ ਦੇ ਸਮੇਤ ਸਫਾਈ ਕੀਤੀ ਹੈ, ਜੋ ਦੁਕਾਨ ਦਾ ਰੂਲ ਹੁੰਦਾ ਹੈ। ਝਾੜੂ ਲਾਇਆ ਤੇ ਗੁਰੂ ਸਾਹਿਬ ਆਪ ਹੀ ਲਾ ਲੈਂਦੇ ਸੀ ਨਾਲ, ਇੰਨੀ ਨਿਮਰਤਾ ਵਾਲੇ ਆ। ਕਹਿੰਦੇ ਸਵੇਰੇ ਸਵੇਰੇ ਦੁਕਾਨ ਖੋਲ੍ਹਤੀ। ਖੁੱਲਣ ਵੇਲੇ ਦੁਕਾਨਦਾਰੀ ਲੋਕਾਂ ਦੀ ਭੀੜ ਹੋ ਗਈ। ਕਰਨੇ ਲਗੇ ਬੈਸ ਕ੍ਰਿਤ ਮੋਦੀ, ਲੈਣ ਦੇਣ ਕੇ ਜਿਉ ਨਿਰਪਲੋਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੋਦੀ ਖਾਨੇ ਤੇ ਜਿਉਂ ਹੀ ਬੈਠੇ, ਕਹਿੰਦੇ ਹਾਹਾਕਾਰ ਮਚ ਗਈ ਲੋਕਾਂ ਦੀ। ਰੌਲਾ ਪਾਉਂਦੇ ਆ ਗੁਰੂ ਸਾਹਿਬ ਆ ਗਏ, ਨਾਨਕ ਜੀ ਆ ਗਏ। ਅੱਧੇ ਤੇ ਸਤਿਗੁਰਾਂ ਨੂੰ ਵੇਖਣ ਹੀ ਆਉਂਦੇ ਸੀ। ਆਖੋ ਸਤਿਨਾਮ, ਚਲੋ ਦਰਸ਼ਨੀ ਕਰ ਆਈਏ। ਇਸ ਦੇ ਬਹਾਨੇ, ਕੁਛ ਲੈਣ ਦੇ ਬਹਾਨੇ, ਬੇਜ਼ਰੂਰਤ। ਇਹ ਪ੍ਰੇਮ ਦੀ ਨਿਸ਼ਾਨੀ ਹੈ। ਬਿਨਾਂ ਜ਼ਰੂਰਤ ਤੋਂ, ਬਿਨਾਂ ਲੋੜ ਤੋਂ ਜਿਹੜਾ ਮਾਰਨਾ ਆਏ ਸਤਿਗੁਰਾਂ ਦੇ ਕੋਲੇ, ਚਾਲੀ ਹੱਥ ਲਾ ਲੈਂਦੇ ਆ, ਮੱਥਾ ਟੇਕ ਲੈਂਦੇ ਆ, ਦੋ ਬਚਨ ਗੁਰੂ ਸਾਹਿਬ ਨਾਲ ਕਰਦੇ ਆ। ਗੁਰੂ ਸਾਹਿਬ ਬੜੇ ਪਿਆਰ ਚ ਬੋਲਦੇ ਆ, ਨਿਹਾਲ ਹੀ ਕਰ ਦਿੰਦੇ। ਕਹਿੰਦੇ ਰੂਟੀਨ ਬਣ ਗਈ, ਰੋਜ਼ ਸਤਿਗੁਰਾਂ ਨੇ ਆਉਣਾ, ਸ਼ਾਮ ਨੂੰ ਘਰੇ ਜਾਣਾ। ਪਰ ਹੈਰਾਨੀ ਇਸ ਗੱਲ ਦੀ ਹੈ, ਵਿਆਹ ਤੋਂ ਪਹਿਲਾਂ ਤੇ ਚਲੋ ਸਵੇਰ ਤੋਂ ਸ਼ਾਮ ਤੱਕ ਬੈਠਣ, ਹੁਣ ਤੇ ਕਬੀਲਦਾਰ ਹੋ ਗਏ, ਸਮੇਂ ਨਾਲ ਘਰ ਆਉਣਾ ਚਾਹੀਦਾ, ਮਤਲਬ ਸਮਾਜ ਵੀ ਹੈ ਵੀ ਹੁਣ ਤੁਹਾਡੇ 'ਚ ਫਰਕ ਪੈ ਗਿਆ। ਤੁਸੀਂ ਅੱਗੇ ਇੱਕ ਸੀ, ਹੁਣ ਇੱਕ ਤੋਂ ਦੋ ਹੋ ਗਏ ਹੋ। ਇਸ ਕਰਕੇ ਦੁਪਹਿਰੇ ਵੀ ਕੀੜਾ ਮਾਰਨਾ ਪੈਣਾ, ਘਰੇ ਫੁਲਕਾ ਪਾਣੀ ਤਾਜ਼ਾ ਛਕੋ, ਇਹ ਫਰਕ ਹੁੰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਦੀ ਤਰ੍ਹਾਂ ਚੱਲਦੇ ਆ। ਜਿਹੜੇ ਲੋਕ ਕਹਿੰਦੇ ਸੀ ਬਦਲ ਜਾਣਗੇ, ਮੋਦੀ ਖਾਨਾ ਬੰਦ ਹੋ ਜੂ ਜਿੱਦਣ ਵਿਆਹਿਆ ਗਿਆ ਮੋਦੀ, ਪਰ ਨਹੀਂ ਵਿਆਹਿਆ। ਸਮੇਂ ਦੇ ਨਵਾਬ ਲੋਧੀ ਦੇ ਪਾਸੋਂ ਜਿੰਨੀ ਮਾਇਆ ਆਉਂਦੀ ਹੈ, ਕਹਿੰਦੇ ਉਹ ਸਾਰੀ ਲਾਈ ਜਾਂਦੀ ਹੈ। ਹਿਸਾਬ ਕਿਤਾਬ ਗੁਰੂ ਸਾਹਿਬ ਆਪਣੀਆਂ ਫਾਈਲਾਂ ਤੇ ਲਿਖ ਲੈਂਦੇ। ਵਕਤ ਦੇ ਨਾਲ ਲੇਖਾ ਜੋਖਾ ਹੁੰਦਾ ਏ। ਕਰਤ ਕਿਤਕ ਜਬ ਕਾਲ ਬਿਤਾਵਾ, ਲੈਨ ਸੁਤਾ ਨਿਜ ਮੂਲਾ ਆਵਾ। ਜਦੋਂ ਕਾਫੀ ਲੰਮਾ ਸਮਾਂ ਬਤੀਤ ਹੋ ਗਿਆ, ਤਕਰੀਬਨ 1.5 ਮਹੀਨਾ ਹੋਰ ਲੰਘ ਗਿਆ, ਸਤਿਗੁਰ ਮੋਦੀ ਖਾਨੇ ਦੀ ਕਿਰਤ ਕਰਦੇ ਆ, ਬੇਪਰਵਾਹ ਹੋ ਕੇ ਕਰਦੇ ਆ। ਇੰਨੇ ਨੂੰ ਪੱਖੋਂ ਕੇ ਰੰਧਾਵੇ ਤੋਂ ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਪਟਵਾਰੀ ਆਪਣੀ ਧੀ ਸੁਲੱਖਣੀ ਜੀ ਨੂੰ ਲੈਣ ਵਾਸਤੇ ਆਏ, ਕਿਉਂਕਿ ਆਏ ਪਹਿਲਾਂ ਵੀ ਸੀ, ਪਰ ਪਹਿਲਾਂ ਕਾਰਨ ਪੈ ਗਿਆ ਸੀ ਕਿ ਪੁੱਤਰ ਨੂੰ ਮਾਂ ਨੇ ਨਹੀਂ ਵੇਖਿਆ। ਇੱਕ ਮਿਲਣੀ, ਇੱਕ ਮੁਲਾਕਾਤ ਹੋ ਜਾਏ। ਅੱਜ ਕਹਿੰਦੇ ਉਹ ਮੂਲ ਚੰਦ ਜੀ ਆਏ ਆ ਲੈਣ ਵਾਸਤੇ। ਆ ਕੇ ਘਰੇ ਜਦੋਂ ਬੈਠੇ ਬੜੀ ਖੁਸ਼ੀ ਹੋਈ।
बड़ा चाह परिवार विच है, पर उस वेले गुरु साहब घर हाजिर नहीं सन। सतगुरु मोदी खाने थे, पिछों मूलचंद जी आए, जयराम जी नूं मिले, परमानंद जी नूं मिले, घरे बैठे ने, सुख सांग होई है। दोहरा दोए दिवस रे कर नगर, ले तनिया निज संग, क्रम क्रम पहुंचो सदन को, मूला होए अमंग। ਹੁਣ ਸ਼ਾਮ ਦਾ ਵੇਲਾ ਹੋਇਆ, ਗੁਰੂ ਸਾਹਿਬ ਚੱਲ ਕੇ ਮੋਦੀਖਾਨੇ ਤੋਂ ਆਏ, ਸਹੁਰਾ ਸਾਹਿਬ ਨੂੰ ਵੇਖਿਆ, ਪਿਤਾ ਸਮਾਨ ਨੇ ਚਰਨੀ ਬੰਦਨਾ ਕੀਤੀ, ਬਹੁਤਾ ਸਮਾਂ ਕੋਲ ਨਾ ਬੈਠੇ। ਦੂਜਾ ਦਿਨ ਚੜਿਆ, ਵਕਤ ਨਾਲ ਫੇਰ ਚਲੇ ਗਏ। ਮੂਲਚੰਦ ਜੀ 2 ਦਿਨ ਰਹੇ, ਉਹ ਵੇਖਣਾ ਚਾਹੁੰਦੇ ਆ ਵੀ ਸਾਡੇ ਪ੍ਰਾਹੁਣਾ ਸਾਹਿਬ ਕਰਦੇ ਕੀ ਆ। ਵੇਖਣਾ ਤੇ ਹੈ ਨਾ, ਫਿਰ ਵੀ ਵੱਡੇ ਆ, ਉਹ ਵੇਖਣਾ ਚਾਹੁੰਦੇ ਆ ਵੀ ਸਾਡਾ ਜਵਾਈ ਕੰਮਕਾਰ ਕੀ ਕਰਦਾ ਹੈ। ਕਹਿੰਦੇ ਸਾਰਾ ਦਿਨ ਸਤਿਗੁਰ ਜਾਂਦੇ, ਸ਼ਾਮ ਨੂੰ ਆ ਜਾਂਦੇ, ਸਵੇਰੇ ਜਾਂਦੇ, ਸ਼ਾਮ ਨੂੰ ਆ ਜਾਂਦੇ। ਮੂਲਚੰਦ ਜੀ ਵੇਖਦੇ ਰਹੇ, ਨਹੀਂ ਬੋਲੇ। ਇੱਕ ਪੱਖੋਂ ਤੇ ਬਹੁਤ ਖੁਸ਼ ਨੇ, ਕਹਿੰਦੇ ਵੀ ਕੰਮ ਬਹੁਤ ਕਰਦੇ ਹੈ, ਮਿਹਨਤੀ ਬੜਾ ਹੈ, ਵੀ ਸਵੇਰੇ ਜਾ ਕੇ ਸ਼ਾਮੀ ਘਰ ਆਉਂਦਾ ਹੈ, ਸਿਫਤ ਤੇ ਹੈ। 2 ਦਿਨ ਰਹਿਣ ਤੋਂ ਬਾਅਦ ਜਦੋਂ ਤੀਜਾ ਦਿਨ ਚੜਿਆ, ਮਰਦ ਨੇ ਮੋਦੀਖਾਨੇ ਜਾਣਾ ਸੀ, ਤੇ ਮੂਲਚੰਦ ਜੀ ਕਹਿੰਦੇ ਪੁੱਤਰ ਧੀ ਨੂੰ ਲੈ ਕੇ ਚੱਲੇ। ਤੇ ਗੁਰੂ ਸਾਹਿਬ ਕਹਿੰਦੇ 7 ਵਚਨ ਜੀ, ਇੱਕ ਵਾਰ ਵੀ ਨਹੀਂ ਕਿਹਾ ਵੀ ਅੱਜ ਰੁਕ ਜਾਓ ਜੀ, ਕੱਲ ਰੁਕ ਜਾਓ ਜੀ, ਕਿਉਂਕਿ ਫਾਰਮੈਲਿਟੀ ਨਹੀਂ ਕਰਦੇ ਜੋ ਨੇ ਐਸ ਦੇ ਆਮੋ ਸਾਹਮਣੇ। ਕਹਿੰਦੇ ਠੀਕ ਹੈ, ਲੈ ਜਾਓ ਤੁਸੀਂ। ਮੂਲਚੰਦ ਬੜੇ ਹੈਰਾਨ ਵੀ ਕੋਈ ਇਹ 'ਚ ਜਵਾਈਆਂ ਵਾਲੀ ਆਕੜ ਨਹੀਂ ਹੈ। ਇਹ ਨਹੀਂ ਪੁੱਛਿਆ ਛੱਡ ਕੇ ਕੌਣ ਜਾਊ, ਮੈਂ ਲੈਣ ਕਦੋਂ ਆਵਾਂ। ਸੁਭਾਵਿਕ ਗੱਲ ਹੈ ਜੀ, ਜਦੋਂ ਕਿਸੇ ਧੀ ਦਾ ਪਿਤਾ ਲੈਣ ਆਉਂਦਾ ਹੈ ਤੇ ਜਵਾਈ ਹੋਵੇ ਜਾਂ ਸੱਸ ਹੋਵੇ, ਉਹ ਇੱਕੋ ਗੱਲ ਪੁੱਛਦੇ, ਇਹ ਦੱਸੋ ਅਸੀਂ ਕਦੋਂ ਲੈਣ ਆਈਏ ਜੀ, ਵੀ ਜਾਂਦੇ ਲੈਣ ਦਿਓ ਜੀ। ਮਰਦ ਨੇ ਨਹੀਂ ਪੁੱਛਿਆ, ਨਾ ਸਤਿਗੁਰਾਂ ਦੇ ਭੈਣ ਜੀ ਨੇ ਪੁੱਛਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੋ ਹੈ ਸਾਹਮਣੇ ਹੈ, ਕੋਈ ਦਿਖਾਵਾ ਨਹੀਂ ਹੈ, ਬਲਸ਼ਾ ਨਹੀਂ। ਮੂਲਚੰਦ ਜੀ ਕਹਿੰਦੇ ਕੁਛ ਦਿਨਾਂ ਬਾਅਦ ਅਸੀਂ ਆਪਣੇ ਆਪ ਹੀ ਭੇਜ ਦਿਆਂਗੇ। ਸਤਿਗੁਰ ਤੇ ਚਲੇ ਗਏ। ਗੁਰੂ ਸਾਹਿਬ ਤੋਂ ਪਿੱਛੇ ਸਤਿਗੁਰਾਂ ਦੇ ਧਰਮ ਪਤਨੀ ਸੁਲੱਖਣੀ ਜੀਆਂ ਨੂੰ, ਮਾਤਾ ਸੁਲੱਖਣੀ, ਉਹਨਾਂ ਦੇ ਪਿਤਾ ਮੂਲਚੰਦ ਜੀ ਆਪਣੇ ਨਗਰ ਲੈ ਗਏ, ਭਾਵ ਉਹ ਆਪਣੇ ਪੇਕੇ ਪਿੰਡ ਆਏ ਆ। ਇੱਕ ਦਿਨ ਦਾ ਸਮਾਂ ਬਤੀਤ ਕਰਕੇ ਉਹ ਘਰ ਪਹੁੰਚੇ ਨੇ, ਘਰ ਰਹੇ ਨੇ, ਆਪਣੀ ਮਾਤਾ ਜੀ ਨੂੰ ਮਿਲੇ, ਪਿਤਾ ਨੂੰ ਮਿਲੇ, ਦਾਦਿਆਂ ਪੜਦਾਦਿਆਂ ਨੂੰ ਮਿਲੇ। ਕਹਿੰਦੇ ਖੁਸ਼ ਬਹੁਤ ਨੇ, ਬੜੀਆਂ ਉਹਨਾਂ ਨੇ ਤਾਰੀਫਾਂ ਕੀਤੀਆਂ ਗੁਰੂ ਨਾਨਕ ਸਾਹਿਬ ਦੀ, ਪਰਿਵਾਰ ਦੀਆਂ, ਸਤਿਗੁਰਾਂ ਦੇ ਭੈਣ ਭਾਵ ਆਪਣੀ ਨਣਦ ਦੀਆਂ ਸੱਚੀਆਂ ਗੱਲਾਂ ਸਾਰੀਆਂ। ਕਹਿੰਦੀ ਉਧਰ ਵੀ ਸੱਸ ਚੰਦੋ ਰਾਣੀ ਬੜੀ ਖੁਸ਼ ਹੈ, ਕਹਿੰਦੀ ਮੈਨੂੰ ਤੇ ਰੱਬ ਵਰਗਾ ਜਵਾਈ ਮਿਲ ਗਿਆ। ਰੱਬਾ ਇਹੋ ਜਿਹੀ ਧੀ ਪੁੱਤ ਸਭ ਨੂੰ ਦਈ, ਆਖੋ ਸਤਿਨਾਮ। ਖੁਸ਼ੀ ਹੈ, ਮਾਫ ਕਰਿਓ, ਸਾਡੇ ਚੋਂ ਬੜੇ ਨੇ ਜਿਹੜੀਆਂ ਗੱਲਾਂ ਕਰਦੇ ਆ। ਜਦ ਨਵਾਂ ਜਿਹਾ ਰਿਸ਼ਤਾ ਜੁੜਿਆ ਹੁੰਦਾ ਨਾ, ਸਾਲ 2 ਸਾਲ, ਲੋਕੀ ਬੜੀਆਂ ਤਾਰੀਫਾਂ ਕਰਨਗੇ ਜਵਾਈਆਂ ਦੀਆਂ, ਬਹੁਤ। 3 ਸਾਲ ਬਾਅਦ ਜੇ ਕੋਈ ਗੱਲ ਕਰਦੇ, ਕਹਿੰਦੇ ਛੱਡ ਯਾਰ ਉਹਦੀ ਨਾ ਗੱਲ ਕਰ, ਬਹੁਤ ਤੇਜ਼ ਮੁੰਡਾ ਹੈ, ਮਾਂ ਨਾਲ ਜੁੜਿਆ ਰਹਿੰਦਾ ਹੈ, ਉਹ ਤੇ ਸੁਣਦਾ ਹੀ ਨਹੀਂ ਸਾਡੀ ਧੀ ਤੇ ਬਹੁਤ ਦੁਖੀ ਹੈ ਜੀ। ਨਾ ਪੁੱਛੋ ਕਿ 1.5 ਸਾਲ ਪਹਿਲਾਂ ਕੀ ਸੀ, ਉਹ ਤੇ ਤਾਰੀਫਾਂ ਕਰਦੇ ਨਹੀਂ ਖੜਦੇ ਸੀ। ਜੇ ਜ਼ਬਾਨ ਨੂੰ ਚੰਗਾ ਕਿਹਾ ਫਿਰ ਮਾੜਾ ਨਾ ਕਹੋ, ਤੇ ਜਾਂ ਫਿਰ ਇੰਨਾ ਵੀ ਚੰਗਾ ਨਾ ਕਹੋ, ਮਾੜਾ ਕਹਿੰਦੇ ਲੋਕ ਲੱਗੇ। ਇਹ ਮਤਲਬ ਸੰਸਾਰ ਦੀ ਰਵਾਇਤ ਹੈ, ਚੰਗਾ ਕਹੀ ਜਾਣਾ ਫਿਰ ਮਾੜਾ ਕਹੀ ਜਾਣਾ। ਗੁਰੂ ਨਾਨਕ ਸਾਹਿਬ ਜੀ ਦੀ ਦਰ ਦਾ ਸੁਭਾਅ ਐਸਾ ਨਹੀਂ ਹੈ, ਉਹ ਨਾ ਕਿਸੇ ਨੂੰ ਚੰਗਾ ਕਹਿੰਦੇ ਨਾ ਮਾੜਾ ਕਹਿੰਦੇ, ਕਹਿੰਦੇ ਜਿਵੇਂ ਤੂੰ ਚੱਲਦਾ ਉਵੇਂ ਚੱਲਾਂ। ਹੁਣ ਇੱਥੇ ਸੱਸ ਮਾਂ ਬੜੀ ਖੁਸ਼ ਆ ਆਪਣੇ ਜਵਾਈ ਤੋਂ, ਕਹਿੰਦੀ ਰੱਬ ਵਰਗੇ, ਪਰ ਉਸ ਭੋਲੀ ਨੂੰ ਕੌਣ ਦੱਸੇ ਵੀ ਰੱਬ ਹੀ ਤੇ ਹੈ। ਆਖੋ ਸਤਿਨਾਮ। ਰੱਬ ਵਰਗਾ ਨਹੀਂ ਹੈ, ਰੱਬ ਹੈ। ਪਰ ਸਤਿਗੁਰਾਂ ਦੇ ਸਹੁਰਾ ਸਾਹਿਬ ਥੋੜੇ ਜਿਹੇ ਸਖਤ ਸੁਭਾਅ ਦੇ ਆ, ਮੂਲਚੰਦ ਜੀ, ਕਿਉਂਕਿ ਮਰਦਾਂ ਤੇ ਔਰਤਾਂ 'ਚ ਬੜਾ ਫਰਕ ਹੁੰਦਾ ਹੈ। ਬੀਬੀਆਂ ਦਾ ਸੁਭਾਅ ਹੁੰਦਾ ਹੈ ਗੱਲ ਵਧਾ ਚੜਾ ਕੇ ਕਰਨੀ ਸਾਰੀਆਂ ਦੇ, ਤੇ ਮਰਦਾਂ ਦਾ ਸੁਭਾਅ ਐਸਾ ਨਹੀਂ ਹੁੰਦਾ। ਬੰਦੇ ਜਿਹੜੀ ਗੱਲ ਕਹਿਣਗੇ ਸਖਤ ਕਹਿਣਗੇ, ਸਿੱਧੀ ਕਹਿਣਗੇ, ਸਪਸ਼ਟ ਕਹਿਣਗੇ, ਤੇ ਬੀਬੀਆਂ ਨੇ ਘੁਮਾ ਫਰਾ ਕੇ ਬਾਇਆ ਪੰਚਕੂਲਾ ਹੋ ਕੇ ਆਉਣਾ ਹੈ। ਗੱਲ ਇੱਥੇ ਦੀ ਕਰਨੀ 8 ਫੇਸ ਦੀ, ਘੁਮਾ ਫਰਾ ਕੇ ਪੰਚਕੂਲਾ ਲਿਆ ਕੇ ਉੱਥੋਂ ਜੀ ਉੱਪਰ ਹੋ ਕੇ ਬਾਈਪਾਸ ਬਾਹਰੋਂ ਆ ਕੇ ਫਿਰ ਇੱਥੇ ਕਹਿੰਦੇ ਇੱਥੇ ਜੀ ਦੁਕਾਨ ਹੈ, ਇੱਥੇ ਹੀ ਆ, ਉੱਥੇ ਰਹਿੰਦੇ ਸੀ ਪਹਿਲਾਂ, ਹੁੰਦਾ ਨਾ ਇੱਦਾਂ ਘੁਮਾ ਫਰਾ ਬਲ ਕਰੇ। ਕਹਿੰਦੇ ਸੱਸ ਨੇ ਜੀ ਬੜੇ ਬਲ ਪੜੇ ਪਾਏ, ਆਪਣੀ ਧੀ ਦੀ ਤਾਰੀਫ ਕਰੀ ਜਾਏ, ਕਹਿੰਦੀ ਮੇਰੀ ਧੀ ਤੇ ਕਰਮਾਂ ਵਾਲੀ ਸੀ, ਤਾਂ ਹੀ ਤੇ ਇਹੋ ਜਿਹਾ ਭਾਗਾਸ਼ਾਲੀ ਜਵਾਈ, ਐਡਾ ਚੌੜਾ ਮੱਥਾ ਜਵਾਈ ਤੇਰੇ ਦਾ। ਸਿਫਤਾਂ ਅੱਜ ਵੀ ਬੁੜੀਆਂ ਕਰਦੀਆਂ ਵੀ ਮੱਥੇ ਨੂੰ ਦੱਸ ਕਿਹੜਾ ਟਰੱਕ ਖਿਚਾਉਣਾ ਹੈ, ਤੂੰ ਕੀ ਕਰਨਾ ਮੱਥੇ ਤੋਂ। ਸੁਭਾਅ ਵੇਖ, ਨੇਚਰ ਵਾਈਜ਼ ਕਿਹੋ ਜਿਹਾ, ਇੱਜ਼ਤ ਕਰਦਾ ਕਿ ਨਹੀਂ ਕਰਦਾ, ਕਿਵੇਂ ਕਰਦਾ ਹੈ।
ਵੇਖਦਾ ਕਿਵੇਂ ਆ, ਬੋਲਦਾ ਕਿਵੇਂ ਆ। ਨਹੀਂ, ਅਸੀਂ ਤੇ ਬਾਹਰ ਦੇ ਫੀਚਰਾਂ ਦੀਆਂ ਗੱਲਾਂ ਕਰੀਏ, ਗੋਰਾ ਬਹੁਤ ਹੈ ਵੀ ਗੋਰੇ ਤੋਂ ਦੱਸ ਕੀ ਕਰਾਉਣਾ ਕਿਸੇ ਨੇ, ਜੇ ਕਾਲਾ ਹੋਵੇ ਫਿਰ ਕੀ ਹੈ, ਰੌਲਾ ਹੈ, ਰੰਗ ਤੇ ਦੋਈ ਆ। ਪਰ ਉਸ ਵੇਲੇ ਕਹਿੰਦੇ ਕਿ ਸਤਿਗੁਰਾਂ ਦੀ ਸੱਸ ਸਿਫਤਾਂ ਕਰਦੀ ਹੈ, ਇੱਥੇ ਧਿਆਨ ਦੇ ਕੇ ਸੁਣਿਓ, ਕਿਉਂਕਿ ਕੱਲ ਤੋਂ ਬਾਅਦ ਜਿਹੜੀ ਕਥਾ ਹੋਊਗੀ ਤੁਸੀਂ ਕਹੋਗੇ ਅਸੀਂ ਨਹੀਂ ਸੁਣੀ। ਆਨੰਦ ਹੀ ਵੱਖਰਾ ਹੋਣਾ। ਅੱਜ ਬੜੀ ਤਾਰੀਫ ਹੋਈ ਆਪਣੀ ਧੀ ਦੇ ਸਾਹਮਣੇ, ਜਵਾਈ ਦੀਆਂ ਸਿਫਤਾਂ ਖੂਬ ਕੀਤੀਆਂ। ਤੇ ਫਿਰ ਮਾਤਾ ਸੁਲੱਖਣੀ ਵੀ ਕਹਿੰਦੇ ਹਾਂ ਮਾਂ, ਮੈਨੂੰ ਤੇ ਮੇਰਾ ਪਤੀ ਰੱਬ ਜਿਹਾ ਹੀ ਲੱਗਦਾ, ਖੁਦਾ ਦਾ ਨਾਮ, ਕਿਸੇ ਨੂੰ ਚੰਗਾ ਨਹੀਂ, ਕਿਸੇ ਨੂੰ ਮਾੜਾ ਨਹੀਂ। ਕਹਿੰਦੇ ਮਾਂ ਧੀ ਦੀਆਂ ਗੱਲਾਂ ਬਾਪੂ ਸੁਣਦਾ ਕੋਲ ਬੈਠਾ ਮੂਲ ਚੰਦ, ਉਹਨੂੰ ਇਹ ਹੈ ਵੀ ਮੈਂ ਗਿਆ ਮੇਰੇ ਕੋਲ ਤੇ ਬੈਠਾ ਨਹੀਂ, ਇਹ ਸਿੱਧਾ ਕਰੀ ਜਾਂਦੇ ਆ। ਮੈਂ 2 ਦਿਨ ਘਰ ਰਹਿ ਕੇ ਆਇਆ, ਉਹ ਘਰ ਤੇ ਆਉਂਦਾ ਨਹੀਂ। ਵੇਖੋ ਇਹ ਸੋਚ ਦਾ ਫਰਕ ਹੁੰਦਾ ਹੈ। ਬੀਬੀਆਂ ਨੂੰ ਗੱਲ ਹੋ ਸਕਦਾ 3 ਸਾਲ ਬਾਅਦ 5 ਸਾਲ ਬਾਅਦ ਸਮਝ ਆਵੇ ਤੇ ਬੰਦੇ ਨੂੰ ਸਪਸ਼ਟ ਹੀ ਆ ਜਾਂਦੀ ਖੜਿਆ ਵੀ ਹਾਲਾਤ ਕੀ ਨੇ, ਹੋਊਗਾ ਕਿ ਕਿਵੇਂ ਹੈ। ਬਸ ਇਹ ਚੀਜ਼ਾਂ ਦਾ ਫਰਕ ਹੈ, ਕੁਦਰਤ ਵੱਲੋਂ ਹੀ ਹੈ। ਕੋਈ ਚੰਗਾ ਮਾੜਾ ਨਹੀਂ ਹੈ ਵੀ ਬੰਦੇ ਚੰਗੇ ਤੇ ਬੀਬੀਆਂ ਮਾੜੀਆਂ, ਨਹੀਂ। ਇਹ ਰੱਬ ਨੇ ਜਿਹੜੀਆਂ ਚੀਜ਼ਾਂ ਰੱਖੀਆਂ ਨੇ, ਅੱਜ ਮੰਨੋ ਨਾ ਮੰਨੋ, ਸਭ ਦੇ ਸਾਹਮਣੇ ਨੇ ਔਰ ਪਤਾ ਵੀ ਸਭ ਨੂੰ ਹੈ। ਪਰਮੇਸ਼ਵਰ ਨੇ ਜਿਹੜੀਆਂ ਚੀਜ਼ਾਂ ਦਾ ਫਰਕ ਰੱਖਿਆ ਉਹ ਹੈ, ਪਰ ਗੁਰੂ ਸਾਹਿਬ ਨੇ ਫਰਕ ਨਹੀਂ ਰੱਖਿਆ ਵੀ ਬੰਦਾ ਚੰਗਾ ਤੇ ਔਰਤ ਮਾੜੀ, ਨਹੀਂ। ਇੱਥੇ ਬਰਾਬਰ ਨੇ ਵੀ ਤੂੰ ਵੀ ਮਨੁੱਖ ਹੈ, ਉਹ ਵੀ ਮਨੁੱਖ ਹੈ। ਸੱਸ ਚੰਦੋ ਰਾਣੀ ਨੇ ਜੀ ਬੜੀਆਂ ਤਾਰੀਫਾਂ ਆਪਣੇ ਸ਼ਰੀਕੇ ਸਾਹਮਣੇ ਕੀਤੀ। ਇਹੀ ਹੁੰਦਾ, ਸ਼ਰੀਕੇ ਨੂੰ ਦੱਸਣਾ ਹੁੰਦਾ, ਸਾੜਨਾ ਹੁੰਦਾ ਵੀ ਤੁਹਾਡਾ ਜਵਾਈ ਤੇ ਕਾਲਾ ਕਲੂਟਾ ਜਾ ਸਾਡੇ ਵਾਲਾ ਕਿੰਨਾ ਸੋਹਣਾ। ਉਹ ਜਾਦੇ ਆਉਂਦਾ ਪੈਰੀ ਹੱਥ ਲਾਉਂਦਾ, ਤੁਹਾਡੇ ਵਾਲਾ ਤਾਂ ਸਿੱਧੇ ਮੂੰਹ ਨਹੀਂ ਬੋਲਦਾ। ਸ਼ਰੀਕਾ ਹੀ ਹੁੰਦਾ ਵੀ ਆਪਣੇ ਪੁੱਤ ਦੀਆਂ, ਆਪਣੀ ਧੀ ਦੀਆਂ ਗੱਲਾਂ ਵਧਾ ਚੜਾ ਕੇ ਕਰਨੀਆਂ ਨੇ। ਕਹਿੰਦੇ ਜੀ ਸੱਸ ਨੇ ਵਾਹਵਾ ਰੌਲਾ ਪਾਇਆ ਆਪਣੇ ਸ਼ਰੀਕੇ ਦੇ ਵਿੱਚ ਵੀ ਮੇਰਾ ਜਵਾਈ ਤੇ ਭਗਤ ਹੈ, ਉਹ ਨਹੀਂ ਬੋਲਦਾ। ਕਹਿੰਦੇ ਪੁੱਤ ਦੇ ਮੂੰਹ 'ਚ ਤੇ ਜ਼ੁਬਾਨ ਹੀ ਨਹੀਂ ਹੈ। ਬੜੀਆਂ ਤਾਰੀਫਾਂ ਕਰੀ ਗਏ। ਮੂਲ ਚੰਦ ਜੀ ਚੁੱਪ ਚਪੀਤੇ ਬੈਠੇ ਰਹੇ। ਕਹਿੰਦੇ ਪਤਾ ਨਹੀਂ ਭਾਈ ਆਉਣ ਵਾਲੇ ਸਮੇਂ 'ਚ ਕੀ ਹੋਣਾ। ਜਿਹੜਾ ਬੋਲਦਾ ਘੱਟ ਹੈ ਉਹ ਵੀ ਖਤਰਨਾਕ ਹੀ ਆ, ਖੁਦਾ ਦਾ ਨਾਮ ਬੋਲਦਾ ਤੇ ਹੈ ਨਹੀਂ। ਸਹੀ ਗੱਲ ਹੈ, ਘੱਟ ਬੋਲਣ ਵਾਲੇ ਜ਼ਿਆਦਾ ਤਿੱਖੇ ਹੁੰਦੇ ਆ। ਇਹ ਤਜਰਬੇ ਆ ਜ਼ਿੰਦਗੀਆਂ ਦੇ। ਜਿਹੜੇ ਲੋਕ ਬਹੁਤਾ ਬੋਲਦੇ ਹੋਣਗੇ, ਦਿਲ 'ਚ ਪਾਪ ਨਹੀਂ ਹੋਊ, ਜਿਹੜੇ ਘੱਟ ਬੋਲਣਗੇ ਨਾ ਮੀਸਣੇ ਦੇ ਹੋਣਗੇ, ਬੜੇ ਖਤਰਨਾਕ ਹੁੰਦੇ ਆ। ਉਹ ਇਹੋ ਜਿਹੀ ਥਾਂ ਤੇ ਆ ਕੇ ਡੰਗਦੇ ਮੁੜ ਕੇ ਪਾਣੀ ਨਹੀਂ ਹੁੰਦਾ। ਪਰ ਉਸ ਵੇਲੇ ਜ਼ਿਕਰ ਚੱਲਦਾ ਹੈ, ਇਹ ਸੰਸਾਰਕ ਵਿਰਤੀ ਚੱਲ ਰਹੀ ਹੈ, ਕਿਉਂਕਿ ਇਹ 2 ਪਰਿਵਾਰਾਂ ਦਾ ਮਿਲਣ ਹੋਇਆ, ਵਿਆਹ ਹੋਇਆ। ਸੱਚਖੰਡ 'ਚ ਤਾਂ ਨਹੀਂ ਹੋਇਆ ਵਿਆਹ, ਧਰਤੀ ਵੀ ਹੋਇਆ, ਸਰੀਰਕ ਰੂਪ ਵਿੱਚ ਹੀ ਹੋਇਆ, ਤੇ ਫਿਰ ਉਹ ਗੱਲਾਂ ਨਹੀਂ ਹੋਣੀਆਂ। ਮੂਲ ਚੰਦ ਚੁੱਪ ਰਹਿੰਦੇ ਆ। ਜਿਵੇਂ ਉਹਨਾਂ ਦੀ ਪਤਨੀ ਕਹਿੰਦੀ ਹਾਂਜੀ ਹਾਂਜੀ ਕਰੀ ਜਾਂਦੀ, ਉਹ ਕਹਿੰਦੀ ਕੋਈ ਨਹੀਂ। ਵੀ ਜਿਵੇਂ ਉਹਨਾਂ ਦਾ ਪਿਤਾ ਕਹਿੰਦਾ ਸੀ, ਪਰਮਾਨੰਦ ਕਹਿੰਦੇ ਸੀ, ਉਹਨੇ ਉਹ ਸਾਵਧਾਨ ਨਹੀਂ ਹੈਗੇ। ਸਾਵਧਾਨ ਭਾਵ ਵੀ ਚੁਸਤ ਚਲਾਕ ਨਹੀਂ ਹੈਗੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭੋਲੇ ਬਹੁਤ ਨੇ, ਸ਼ਰੀਫ ਬਹੁਤ ਨੇ, ਬਹੁਤ ਨਾਈਸ ਨੇਚਰ ਹੈ, ਪਰ ਉਹਨਾਂ ਅੰਦਰ ਕਪਟ ਨਹੀਂ ਹੈ। ਦੁਨੀਆ ਉਸ ਬੰਦੇ ਦੀ ਇੱਜ਼ਤ ਕਰਦੀ ਜਿਹੜਾ ਚਲਾਕੀਆਂ ਕਰੇ, ਜਿਹੜਾ ਭੋਲਾ ਹੋਵੇ ਨਾ, ਲੋਕੀ ਨੂੰ ਬੰਦਾ ਹੀ ਨਹੀਂ ਸਮਝਦੇ। ਮੂਲ ਚੰਦ ਚੁੱਪ ਚਪੀਤੇ ਬੈਠੇ ਸੋਚੀ ਜਾਂਦੇ ਆ ਵੀ ਜੇ ਉਹ ਆਪਣੇ ਘਰ ਬਹੁਤਾ ਨਹੀਂ ਆਉਂਦਾ, ਚੁੱਪ ਚੁੱਪ ਰਹਿੰਦਾ, ਤੇ ਮੇਰੀ ਧੀ ਦਾ ਘਰ ਚੱਲੂ ਕਿਵੇਂ? ਪਿਤਾ ਇੱਥੇ ਸੋਚਦਾ ਹੈ। ਤੇ ਮਾਂ ਉਹ ਕਹਿੰਦੀ ਨਾ ਬਸ ਜਵਾਈ ਇਹੋ ਜਿਹਾ ਚਾਹੀਦਾ ਸੀ ਜਿਹੜਾ ਬੋਲੇ ਹੀ ਨਾ, ਬਸ ਧੀਏ ਬੋਲੇ ਆਖੋ ਸਾਡਾ ਨਾਮ। ਇਹਦੀ ਆਵਾਜ਼ ਸੁਣੇ ਰੇਡੀਓ ਦੀ, ਉਧਰ ਨਾ ਪਏ। ਲੋਕੀ ਇਹ ਚਾਹੁੰਦੇ ਆ, ਸਮਾਜ ਅੱਜ ਵੀ ਇਹੀ ਚਾਹੁੰਦਾ ਹੈ। ਕਹਿੰਦੇ ਮੂਲ ਚੰਦ ਬੜੇ ਖੁਸ਼ ਨੇ, ਫਿਰ ਵੀ ਖੁਸ਼ ਵੀ ਚਲੋ ਧੀ ਮੇਰੀ ਸੁਖੀ ਹੈ, ਖੁਸ਼ ਹੈ, ਘਰ ਪਰਿਵਾਰ ਚੰਗਾ ਹੈ, ਕਿਉਂਕਿ ਪਰਮਾਨੰਦ ਤੇ ਸਤਿਗੁਰਾਂ ਦੇ ਜੀਜਾ ਜੈ ਰਾਮ ਭਲੇ ਸੁਭਾਅ ਦੇ। ਬੇਸ਼ੱਕ ਸਤਿਗੁਰਾਂ ਦੇ ਪਿਤਾ ਦਾ ਸੁਭਾਅ ਬਹੁਤ ਗਰਮ ਹੈ, ਬਹੁਤ ਆਕੜ ਵਾਲਾ ਹੈ, ਗੁੱਸੇ ਭੋਲਾ ਹੈ। ਉਹਨਾਂ ਉਸ ਪਾਸੇ ਧਿਆਨ ਨਹੀਂ ਕੀਤਾ। ਖੁਸ਼ ਨੇ, ਕਹਿੰਦੇ ਸ਼ੁਕਰ ਹੈ ਪਿਓ ਪੁੱਤ ਇਕੱਠੇ ਨਹੀਂ ਰਹਿੰਦੇ, ਇੱਥੇ ਰਹਿੰਦੇ ਆ, ਕਿਉਂਕਿ ਧੀ ਵਾਲੇ ਬੜਾ ਕੁਝ ਸੋਚਦੇ ਰਹਿੰਦੇ, ਆਪਣੇ ਹਿਸਾਬ ਨਾਲ ਹੀ ਸੋਚਦੇ। ਕਹਿੰਦੇ 2-3 ਦਿਨ ਇੱਥੇ ਬਤੀਤ ਕੀਤੇ, 7 ਦਿਨਾਂ ਦਾ ਸਮਾਂ ਹੋ ਗਿਆ। ਉੱਧਰੋਂ ਵੀ ਕੋਈ ਚਿੱਠੀ ਨਹੀਂ ਆਈ ਵੀ ਸਾਡੇ ਧਰਮ ਪਤਨੀ ਅਜੇ ਤੱਕ ਕਿਉਂ ਨਹੀਂ ਆਈ। ਜੈ ਰਾਮ ਜੀ ਨੇ ਇੱਕ ਦਿਨ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਲੈ ਲਓ ਜਾ ਕੇ ਤੁਸੀਂ, ਇੰਨਾ ਸਮਾਂ ਹੋ ਗਿਆ, ਤੁਹਾਡੇ ਧਰਮ ਪਤਨੀ ਗਏ ਨੇ, ਅਜੇ ਤੱਕ ਵਾਪਸ ਆਏ ਨਹੀਂ। ਚੋਪਈ ਪੂਰਬ ਔਰ ਉਦਾਰਤ ਜੈਸੀ, ਕਰਨੇ ਬਹੋਰ ਸੁਖ ਸਾਗਰ ਤੈਸੀ। ਉਧਰ ਤੇ ਪੱਖੋਂ ਕੇ ਰੰਧਾਵੇ ਪਹੁੰਚ ਰਹੇ ਹੋ ਸਤਿਗੁਰਾਂ ਦੇ ਧਰਮ ਪਤਨੀ, ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਤੇ ਵੱਡਾ ਦਿਲ ਕਰਕੇ ਦਾਨ ਉਦਾਂ ਹੀ ਕਰ ਰਹੇ ਆ ਜਿਵੇਂ ਪਹਿਲਾਂ ਕਰਦੇ ਸੀ।
ਪਿਤਾ ਨੇ ਕੀ ਸਮਝਾਇਆ ਸੀ? ਪੁੱਤ ਪੈਸੇ ਜੋੜੀ, ਦਾਨ ਨਾ ਕਰੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ 1 ਮਹੀਨੇ ਬਾਅਦ, ਭਾਵ ਜਿਹੜਾ ਮਹੀਨਾ ਪਿੰਡ ਕੱਟਿਆ ਉਹ ਤੋਂ ਬਾਅਦ ਆ ਕੇ ਉਦਾਂ ਹੀ ਖੋਲ ਤੇ ਖਜ਼ਾਨੇ। ਫਰਕ ਹੀ ਨਹੀਂ ਕੋਈ, ਲੱਗਦਾ ਹੀ ਨਹੀਂ ਕੋਈ ਵਿਆਹ ਹੋਇਆ ਹੈ, ਕੋਈ ਕਬੀਲਦਾਰੀ ਹੈ, ਕੋਈ ਨਵੀਂ ਜ਼ਿੰਮੇਵਾਰੀ ਹੈ। ਪਹਿਲਾਂ ਨਾਲੋਂ ਵੀ ਵੱਡਾ ਦਾਨ ਲੋਕਾਂ ਨੂੰ ਕਰਦੇ ਨੇ। ਜਿਉ ਸੁਰ ਸਰ ਗਤ ਪਰਾਹੀ ਗਵਨੀ, ਕਵੇ ਨਾ ਵਿਚਰੈ ਪਛਮ ਅਵਨੀ। ਜਿਵੇਂ ਪੂਰਬ ਤੋਂ ਨਿਕਲੀ ਹੋਈ ਗੰਗਾ ਕਦੇ ਪੱਛਮ ਨੂੰ ਨਹੀਂ ਵੜਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਦਾਨ ਕਰਨ ਵਾਲੇ ਨੇ ਉਹ ਮਾਇਆ ਥੋੜੀ ਇਕੱਠੀ ਕਰਨਗੇ। ਜਿਹੜੇ ਆਏ ਵੰਡਣ ਵਾਸਤੇ ਨੇ, ਆਏ ਦੇਣ ਵਾਸਤੇ ਨੇ ਸਭ ਕੁਝ, ਮੁਕਤੀ ਦਾਤਾਂ ਪਦਾਰਥ, ਉਹ ਇਹ ਥੋੜਾ ਕਹਿਣਗੇ ਮੈਂ ਕੁਝ ਇਕੱਠਾ ਕਰ ਲਾਂ। ਮਾਲਕ ਨੇ, ਸਵਾਮੀ ਨੇ ਸ੍ਰਿਸ਼ਟੀ ਦੇ। ਕਹਿੰਦੇ ਜੀ ਗੁਰੂ ਸਾਹਿਬ ਜੀ ਦੀ ਮਹਿਮਾ ਦੁਬਾਰਾ ਤੋਂ ਫੇਰ ਹੋਣ ਲੱਗ ਪਈ। ਕਹਿੰਦੇ ਵੇਖੋ ਕਮਾਲ ਹੈ, ਮੋਦੀ ਜੀ ਦਾ ਵਿਆਹ ਵੀ ਹੋ ਗਿਆ, ਗੁਰੂ ਨਾਨਕ ਸਾਹਿਬ ਦਾ। ਕਹਿੰਦੇ ਫਰਕ ਨਹੀਂ ਕੋਈ ਪਿਆ। ਸੁਭਾਵਿਕ ਗੱਲ ਹੈ, ਜਦੋਂ ਵਿਆਹ ਹੋ ਜੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਆ, ਰਿਸ਼ਤੇਦਾਰੀਆਂ ਚ ਆਉਣਾ ਜਾਣਾ ਜ਼ਿਆਦੇ, ਪਤਨੀ ਕੋਲ ਬੈਠੇ ਰਹਿਣਾ, ਗੱਲਾਂ ਬਾਤਾਂ ਕਰੀ ਜਾਣੀਆਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤਾ ਨਹੀਂ ਰਹਿੰਦੇ, ਵਕਤ ਨਾਲ ਆ ਜਾਂਦੇ, ਅੰਮ੍ਰਿਤ ਵੇਲੇ ਉੱਠ ਕੇ ਸ਼ਾਮੀ ਜਾਂਦੇ ਆ। ਕਹਿੰਦੇ ਸਾਰਾ ਦਿਨ ਬੈਠ ਕੇ ਦਾਨ ਕਰਨਾ, ਤੇਰਾ ਤੋਲਣਾ। ਕਹਿੰਦੇ ਚਰਚਾ ਦਾ ਵਿਸ਼ਾ ਬਣ ਗਿਆ। ਕਹਿੰਦੇ ਵੇਖੋ ਉਹਨਾਂ ਦਾ ਕਿਹੜਾ ਘਰ ਨਹੀਂ ਚੱਲਦਾ, ਸਵੇਰ ਤੋਂ ਸ਼ਾਮ ਤੱਕ ਦਾਨ ਪੁੰਨ ਕਰਦੇ ਨੇ, ਚਿਹਰੇ ਤੇ ਸ਼ਿਕਨ ਕੋਈ ਨਹੀਂ, ਹਮੇਸ਼ਾ ਪ੍ਰਸੰਨ ਰਹਿੰਦੇ ਨੇ। ਜਿਉ ਸੂਰਜ ਕੋ ਧਰਮ ਸੁਹਾਵਨ, ਸਦਾ ਤਿਮਰ ਕੋ ਕਰਹਿ ਸਾਵਨ। ਕਹਿੰਦੇ ਸਤਿਗੁਰਾਂ ਦਾ ਸੁਭਾਅ ਸੀ ਜਿਵੇਂ ਸੂਰਜ ਦਾ ਸੁਭਾਅ ਹੈ, ਚਾਨਣ ਦੇਣਾ। ਹਨੇਰੇ ਨਾਲ ਤੇ ਵੈਰ ਕੋਈ ਨਹੀਂ ਸੂਰਜ ਦਾ। ਸੂਰਜ ਕਦੇ ਚਾਹ ਕੇ ਤਾਂ ਨਹੀਂ ਕਹਿੰਦਾ ਵੀ ਮੈਂ ਹਨੇਰਾ ਖਤਮ ਕਰਨਾ ਹੈ। ਜਦ ਚਾਨਣ ਹੋਣਾ ਹਨੇਰੇ ਨੇ ਆਪ ਹੀ ਦੂਰ ਹੋ ਜਾਣਾ। ਸੁਭਾਅ ਸੂਰਜ ਦਾ ਚਾਨਣ ਦੇਣਾ, ਵੈਰ ਨਹੀਂ ਰੱਖਦਾ ਕਿਸੇ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਸੀ ਦਾਨ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨੀ। ਵੀ ਸਾਡੇ ਅੱਗੇ ਆ ਕੇ ਕੋਈ ਹੱਥ ਅੱਡ ਕੇ ਮੰਗੇ ਨਾ, ਆ ਨਹੀਂ ਸੀ ਚੰਗਾ ਲੱਗਦਾ। ਮਹਾਰਾਜ ਕਹਿੰਦੇ ਸੀ ਦੱਸ ਚਾਹੀਦਾ ਕੀ ਹੈ, ਲੈ ਜਾ ਇੱਥੋਂ, ਰੋਈ ਨਾ, ਮਿਹਨਤ ਕਰਨਾ ਨਾ ਕਰੀ। ਤੇ ਗੁਰੂ ਸਾਹਿਬ ਦਾ ਕਹਿੰਦੇ ਸੁਭਾਅ ਏਡਾ ਵੱਡਾ ਸੀ ਤੇ ਸਮੇਂ ਦਾ ਰਾਜਾ ਨਵਾਬ ਦੌਲਤ ਖਾਂ ਬੜਾ ਹੈਰਾਨ ਹੋਇਆ। ਕਹਿੰਦਾ ਮੈਂ ਸੁਣਦਾ ਸੀ, ਲੋਕੀ ਕਹਿੰਦੇ ਸੀ ਵੀ ਜਿਸ ਦਿਨ ਨਾਨਕ ਜੀ ਦਾ ਵਿਆਹ ਹੋ ਗਿਆ ਵੇਖਿਓ ਕਿੱਦਾਂ ਮਾਇਆ ਇਕੱਠੀ ਕਰਦੇ। ਕਿਉਂਕਿ ਹਰ ਬੰਦਾ ਆਪਣੇ ਪਰਿਵਾਰ ਨੂੰ ਸਿਆਣਾ ਹੋਣ ਲੱਗ ਪੈਂਦਾ ਵਿਆਹ ਤੋਂ ਬਾਅਦ। ਪਹਿਲਾਂ ਜੋ ਕਰ ਲਿਆ, ਘੁੰਮ ਲਿਆ, ਫਿਰ ਲਿਆ, ਖਾ ਲਿਆ, ਪੀ ਲਿਆ, ਫਿਰ ਤੇ ਉਹ ਖਾਂਦਾ ਨਹੀਂ, ਘਰ ਨੂੰ ਲੈ ਕੇ ਜਾਓ। ਕੋਈ ਚੀਜ਼ ਹੋਵੇ ਘਰ ਲੈ ਕੇ ਜਾਓ, ਠੀਕ ਹੈ ਵੀ ਘਰੇ ਕੋਈ ਬੈਠਾ ਹੈ, ਮੇਰਾ ਕੋਈ ਆਪਣਾ ਹੈ, ਪਹਿਲਾਂ ਉਹਨੂੰ ਖਵਾਵਾਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਭਾਅ ਤੇ ਉਦਾਂ ਹੀ ਸੀ। ਕਹਿੰਦੇ ਲੋਕ ਸੁਭਾਅ ਕਰਕੇ ਹੈਰਾਨ ਨੇ ਵੀ ਰੰਚਕ ਮਾਤਰ ਵੀ ਇਹਨਾਂ ਵਿੱਚ ਫਰਕ ਨਹੀਂ ਪਿਆ। ਤਿਉ ਰੰਕਣ ਕੋ ਕਸ਼ਟ ਨਿਵਾਰਨ, ਕਰੈ ਸਦਾ ਜੋ ਦਾਸ ਉਬਾਰਨ। ਕਿੱਡਾ ਵੱਡਾ ਵਡੱਪਣ ਹੈ ਗੁਰੂ ਨਾਨਕ ਸਾਹਿਬ ਜੀ ਦਾ। ਵੱਡੇ ਵੱਡੇ ਪੱਕੇ ਦੋਸਤ ਤੇ ਮਿੱਤਰ ਅੱਜ ਵੀ ਹੁਣ ਜਿੱਦਣ ਵਿਆਹ ਹੋ ਗਿਆ ਨਾ, ਮਿੱਤਰਾਂ ਨੂੰ ਭੁੱਲ ਭੱਲ ਜਾਂਦੇ, ਟਾਈਮ ਨਹੀਂ ਹੁੰਦਾ ਮਿਲਣ ਦਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਬਾਲਾ ਜੀ ਦਾ ਸਾਥ ਹੀ ਛੱਡਿਆ। ਇਹ ਵੀ ਕਹਿ ਸਕਦੇ ਸੀ ਬਾਲਿਆ ਹੁਣ ਸਾਡਾ ਭਾਈ ਵਿਆਹ ਹੋ ਗਿਆ, ਅਸੀਂ ਅਲੱਗ ਘਰ 'ਚ ਰਹਿਣਾ ਹੈ, ਤੇਰੀ ਸਾਡੀ ਹੁਣ ਨਿਭਣੀ ਨਹੀਂ, ਭਾਈ ਤੂੰ ਪਿੰਡ ਚੱਲ ਜਾ ਆਪਣੇ। ਬਿਲਕੁਲ ਵੀ ਨਹੀਂ ਗਿਆ, ਸਗੋਂ ਛੱਡ ਕੇ ਗਏ ਨੇ। ਬਾਲਿਆ ਅਸੀਂ ਪਿੰਡ ਜਾਈਏ, ਤੂੰ ਇੱਥੇ ਰਹਿ। ਇਹ ਚੀਜ਼ਾਂ ਵਿਖਾ ਰਹੀਆਂ ਸੀ ਵੀ ਗ੍ਰਸਥ ਧਰਮ ਗੁਰੂ ਨਾਨਕ ਸਾਹਿਬ ਨੂੰ ਢਾਲ ਨਹੀਂ ਸਕਦਾ। ਆਖੋ ਸਤਿਨਾਮ। ਜੇ ਤੁਸੀਂ ਅੰਦਰੋਂ ਖੁਸ਼ ਹੋ ਨਾ, ਦੁਨੀਆ ਦਾ ਕੋਈ ਰਿਸ਼ਤਾ ਤੁਹਾਨੂੰ ਰਵਾ ਨਹੀਂ ਸਕਦਾ। ਜੇ ਤੁਸੀਂ ਰੋਂਦੇ ਰਹੋ ਤੇ ਮੈਂ ਕਹਿੰਦਾ ਜਿੰਨੇ ਮਰਜ਼ੀ ਮਿੱਤਰ ਇਕੱਠੇ ਕਰ ਲਓ, ਤੁਹਾਨੂੰ ਹਸਾ ਨਹੀਂ ਸਕਦਾ, ਖੁਸ਼ ਨਹੀਂ ਕਰ ਸਕਦਾ ਕੋਈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਭਾਈ ਬਾਲਾ ਜੀ ਦੇ ਨਾਲ ਵੀ ਉਦਾਂ ਹੀ ਵਿਚਰਦੇ ਨੇ, ਉਨਾ ਹੀ ਸਮਾਂ ਦੇ ਰਹੇ ਨੇ, ਸਾਰਾ ਦਿਨ ਨਾਲ ਰਹਿੰਦੇ ਆ। ਤੇ ਲੋਕਾਂ 'ਚ ਤੇ ਫਿਰ ਗੱਲਾਂ ਹੋਣੀਆਂ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਰਜ ਧੰਨ ਸੀ ਸਤਿਗੁਰੂ ਜਿਨ੍ਹਾਂ ਪਤਨੀ ਪਿੱਛੇ ਲੱਗ ਮਿੱਤਰ ਨਹੀਂ ਛੱਡਿਆ। ਆਖੋ ਸਤਿਨਾਮ। ਦੁਨੀਆ ਛੱਡ ਜਾਂਦੀ ਹੈ। ਵੱਡੇ ਵੱਡੇ ਕਹਿੰਦੇ ਕਹਾਉਂਦੇ ਜਿਹੜੇ ਵੱਡੀਆਂ ਗੱਲਾਂ ਕਰਦੇ ਆ ਨਾ, ਜਿੱਦਣ ਵਿਆਹ ਹੋ ਜਾਂਦਾ ਫਿਰ ਪੁੱਛੋ ਟਾਈਮ ਹੈ ਘੁੰਮਣ ਦਾ, ਚੱਲੀਏ ਅੱਜ ਕਿਤੇ। ਕਹਿੰਦਾ ਨਾ ਬਾਈ ਤੁਹਾਡੀ ਭਾਬੀ ਨੂੰ ਸਜੂਗੀ, ਬੱਸੇ ਹੋ ਜੂਗੀ, ਭਰਜਾਈ ਬੈਠ ਨਹੀਂ ਜਾ ਸਕਦਾ। ਕਹਿੰਦੇ ਚੰਗਾ ਬਾਬਾ ਫਿਰ ਜੇ ਹੁਣ ਤੇਰੇ ਕੋਲ ਟਾਈਮ ਨਹੀਂ ਤੇ ਅਸੀਂ ਵਿਹਲੇ ਆ। ਤੇ ਬੜੇ ਲੋਕ ਏਦਾਂ ਦਿੰਦੇ ਆ, ਜਿਹੋ ਜਿਹੇ ਵਿਆਹ ਤੋਂ ਪਹਿਲਾਂ ਸੀ ਉਹੋ ਜਿਹੇ ਵਿਆਹ ਤੋਂ ਬਾਅਦ ਫਰਕ ਹੀ ਨਹੀਂ ਪਿਆ, ਚੇਂਜ ਹੀ ਨਹੀਂ ਆਇਆ। ਲੋਕ ਵੀ ਕਹਿੰਦੇ ਆ ਯਾਰ ਹੁਣ ਤੇ ਬਦਲ ਜਾ, 2 ਬੱਚੇ ਆ ਤੇਰੇ ਕੋਲ ਫਿਰ ਬੱਚੇ ਵਾਲਾ ਸੁਭਾਅ। ਉਹ ਕਹਿੰਦਾ ਨਹੀਂ, ਆਹੀ ਤੇ ਚੀਜ਼ ਹੈ, ਇਹੀ ਤੇ ਜ਼ਿੰਦਗੀ ਹੈ।
ਤੇ ਸਾਡਾ ਤੇ ਆ ਦੁਨੀਆ 'ਚ ਵਿਆਹ ਹੋ ਜੇ ਨਾ ਜਦੋਂ 2 ਮਹੀਨਿਆਂ ਬਾਅਦ ਬੰਦੇ ਦਾ ਮੂੰਹ ਤੋਰੀ ਵਾਂਗੂ ਲੜ ਕੇ ਆਉਂਦਾ, ਟੈਨਸ਼ਨਾਂ ਹੀ ਨਹੀਂ ਹੁੰਦੀਆਂ, ਬੁਢਾਪਾ ਪਹਿਲੀ ਆ ਜਾਂਦਾ। ਸੋਚ ਕੇ ਮਰੀ ਜਾਂਦਾ, ਹੁਣ ਪੁੱਤਾਂ ਦਾ ਕੀ ਕਰਾਂਗੇ, ਪੋਤਿਆਂ ਦਾ ਕੀ ਕਰਾਂਗੇ, ਅੱਗੇ ਕੀ ਕਰਾਂਗੇ। ਆ ਸੋਚਾਂ ਵਿੱਚ ਹੀ ਜ਼ਿੰਦਗੀ ਨਰਕ ਬਣ ਜਾਂਦੀ। ਹੋਰ ਕਿਹੜਾ ਨਰਕ ਦੇਖਣਾ, ਇੱਥੇ ਨਰਕ ਬਣ ਜਾਂਦਾ। ਪਰ ਗੁਰੂ ਸਾਹਿਬ ਦਾ ਜੀਵਨ ਫੁੱਲ ਵਾਂਗ ਮਹਿਕਦਾ ਸੀ। ਹਰੇਕ ਬੰਦਾ ਕੋਲ ਖੜ ਕੇ ਵੇਖਿਆ ਕਰੇ 5-7 ਮਿੰਟ ਵੀ ਪਹਿਲਾਂ ਵਾਲੀ ਨਹੀਂ ਹੁੰਦੀ ਜੀ, ਫਰਕ ਕਿਉਂ ਨਹੀਂ ਪੈਂਦਾ। ਅੱਗੇ ਵੀ ਇਦਾਂ ਹੀ ਦਾਨ ਕਰਦੇ ਸੀ, ਹੁਣ ਵੀ ਕਰਦੇ ਆ। ਕਦੇ ਨਹੀਂ ਵੇਖਿਆ ਵੀ ਝੋਲੇ 'ਚ ਕੁਝ ਪਾ ਕੇ ਘਰ ਨੂੰ ਲੈ ਕੇ ਗਏ ਹੁਣ ਸ਼ਾਮ ਨੂੰ ਵੀ ਚਲੋ ਦੁਕਾਨ ਤੇ ਮਾੜਾ ਮੋਟਾ ਸਮਾਨ ਬਚਿਆ ਘਰ ਨੂੰ ਲੈ ਚੱਲੀਏ, ਮਾਇਆ ਲੈ ਚੱਲੀਏ। ਆਉਂਦੇ ਆ ਜੇਬਾਂ ਭਰ ਕੇ ਲੈ ਆਉਂਦੇ ਆ, ਜਾਂਦੇ ਖਾਲੀ ਜਾਂਦੇ ਆ। ਇਹ ਚੀਜ਼ਾਂ ਚਰਚਾ ਕਰਾ ਰਹੀਆਂ ਨੇ। ਸਮੇਂ ਦਾ ਨਵਾਬ ਸੁਣ ਕੇ ਹੈਰਾਨ ਹੁੰਦਾ ਏ। ਜਿਉਂ ਸੁਰ ਤਰ ਉਸ ਭਗ ਸੁਭਾਉ, ਜਾਚੇ ਸ਼ੂਸ਼ਾ ਸ਼ੋਰ ਨ ਕਾਉ। ਤੇ ਹਿਸਾਬ ਕਿਤਾਬ ਕਰਨ ਵਾਲੇ ਜਿਹੜੇ ਮੁਨਸ਼ੀ ਸੀ ਉਹ ਆਪ ਕਹਿੰਦੇ ਨੇ, ਕਹਿੰਦੇ ਗੁਰੂ ਨਾਨਕ ਕਾਹਦੇ ਨੇ, ਇਹ ਤਾਂ ਕਾਮ ਧੇਨ ਗਊ ਨੇ, ਜੋ ਮੰਗੋ ਮਿਲਦਾ ਹੈ। ਇਹ ਤੇ ਸਵਰਗਾਂ ਦੇ ਕਲਪ ਬ੍ਰਿਸ਼ ਨੇ, ਇਹਨਾਂ ਕੋਲ ਜਿਹੜਾ ਵੀ ਚੱਲ ਜੇ ਖਾਲੀ ਨਹੀਂ ਆਉਂਦਾ। ਸੱਚੀ ਨਹੀਂ ਸੀ ਆਉਂਦਾ। ਦੁਖੀ ਲੋਕ, ਕੋੜੀ ਲੋਕ, ਰੋਗੀ ਲੋਕ, ਪਰੇਸ਼ਾਨ ਲੋਕ, ਭੁੱਖੇ ਲੋਕ, ਤਨ ਤੋਂ ਨੰਗੇ ਲੋਕ, ਕਹਿੰਦੇ ਭੱਜ ਏਦਾਂ ਆਉਂਦੇ ਜਿੱਦਾਂ ਗੁਰੂ ਨਾਨਕ ਸਭ ਮੇਰੇ ਹੀ ਆ, ਮੈਨੂੰ ਖਾਲੀ ਮੋੜ ਏਦਾਂ ਮਾਣ ਕਰਦੇ ਸੀ ਲੋਕ। ਕਹਿੰਦੇ ਸਮਾਨ ਕਰਕੇ ਨਵਾਬ ਨੇ ਵੀ ਕਿਹਾ, ਕਹਿੰਦਾ ਹੁਣ ਹਿਸਾਬ ਕਿਤਾਬ 'ਚ ਬਹੁਤੀ ਸਖਤੀ ਨਾ ਵਰਤਿਓ। ਉਹ ਵੀ ਜਾਣ ਲੱਗਦੇ ਆ ਵੀ ਜਿਹੜੇ ਗਰੀਬਾਂ ਨੂੰ ਦੁਖੀਆਂ ਨੂੰ ਗਲ ਲਾਉਂਦੇ ਆ, ਅਸੀਂ ਉਹਨੂੰ ਗਲ ਤੋਂ ਦੂਰ ਕਰਦੇ ਆ। ਨਹੀਂ, ਹਿਸਾਬ ਕਿਤਾਬ ਹੋਵੇ ਪਰ ਧੱਕਾ ਕਰਿਓ ਨਾ। ਤਿਉਂ ਜੋ ਕਰੇ ਅਰਥ ਨਾ ਰੋਕਾਂ, ਦੇਹ ਸਭਨ ਕੋ ਬਦਨ ਮਜੰਕਾ। ਜੈ ਰਾਮ ਜੀ ਵੇਖਦੇ ਆ ਸਾਰਾ ਕੁਝ, ਕਦੇ ਰੋਕਣ ਨਹੀਂ ਆਏ। ਭੈਣ ਨਾਨਕੀ ਨੂੰ ਸਭ ਪਤਾ ਹੈ ਵੀ ਦਿਨ ਰਾਤ ਦਾਨ ਕਰਦੇ ਰਹਿੰਦੇ, ਕਦੇ ਨਹੀਂ ਕਿਹਾ ਵੀਰਿਆ ਹੁਣ ਤੂੰ ਵਿਆਹਿਆ ਗਿਆ, ਮਾੜੇ ਮੋਟੇ ਪੈਸੇ ਇਕੱਠੇ ਕਰਿਆ। ਨਹੀਂ, ਅੱਜ ਦੇ ਸਮੇਂ ਭੈਣਾਂ ਦਾ ਕੰਮ ਕੀ ਹੈ, ਭਰਾਵਾਂ ਦੇ ਘਰ 'ਚ ਕਲੇਸ਼ ਪਾਉਣਾ। ਇਹ ਹੁੰਦਾ ਹੈ, ਕੱਲਾ ਇੱਥੇ ਨਹੀਂ ਹੁੰਦਾ, ਸਾਰਾ ਕਿਤੇ ਹੋਰ। ਇੱਕ ਗੋਰਿਆਂ ਨੂੰ ਛੱਡ ਕੇ ਉਹ ਇਸੇ ਗੱਲਾਂ ਤੋਂ ਸੁਖੀ ਨੇ, ਉਹਨਾਂ ਦਾ ਸਾਡੇ ਵਾਲੇ ਟੱਬਰ ਡੀਕਦੇ ਨਹੀਂ ਆਗੇ। ਐਵੇਂ ਨਹੀਂ ਤੁਰੇ ਫਿਰਦੇ ਆ ਮੇਰੀ ਫਲਾਣੀ ਦੀ ਕਜਨ ਦੀ ਕਜਨ ਅੱਗੇ ਹੋ ਗਈ, ਆਈ ਨਹੀਂ ਮੁੱਕਦੀ ਸਾਡੀ ਤੇ, ਆਈ ਨਹੀਂ ਸਿਆਪੇ ਭਰਾ ਹੁੰਦੇ। ਪਰ ਗੋਰਿਆਂ ਦਾ ਕੰਮ ਬੜਾ ਵਧੀਆ ਹੈ। ਉਹ ਮੰਮੀ ਡੈਡੀ ਨੂੰ ਵੀ ਕਹਿੰਦੇ ਕੋਈ ਨਹੀਂ, ਸਾਲ ਬਾਅਦ ਇੱਕ ਦਿਨ ਮਿਲਾਂਗੇ ਯਾਰ, ਜ਼ਿੰਦਗੀ ਜਿਉਣਾ ਹੈ, ਲੜਨਾ ਥੋੜਾ ਨਹੀਂ, ਬੋਝਾਂ ਕਰਦੇ ਅਗਲੇ। ਤੇ ਅਸੀਂ ਜਿੰਨਾ ਧਰਮ ਨਾਲ ਜੁੜੇ ਹੋਏ ਆ ਉਹਨਾਂ ਪਸਾਰਿਆਂ ਦੇ ਫਸੇ। ਸਾਡੇ ਤੇ ਰਿਸ਼ਤੇਦਾਰੀ ਚੋਂ 70 ਕਿਲੋਮੀਟਰ ਦੂਰ ਵੀ ਕਿਸੇ ਦਾ ਵਿਆਹ ਹੋ ਜੇ ਨਾ, ਤੇ ਸੂਟ ਅਸੀਂ ਸਵਾਈ ਫਿਰਦੇ ਹੁੰਦੇ ਆ, ਸਾਡੇ ਨਾਲ ਕੱਪੜੇ ਸਾਡੇ ਖਰਚਾ ਆ ਜਾਂਦਾ 10,000 ਦਾ, ਵੀ ਅਸੀਂ ਜ਼ਰੂਰ ਜਾਣਾ ਜੀ ਉੱਤੇ, ਫਲਾਣਾ ਤੂੰ ਫਲਾਣੇ ਦੀ ਭਤੀਜ ਨੂੰ ਨਹੀਂ ਆਈ, ਲੈ ਤੁਰੇ ਫਿਰਦੇ ਪੂਰੀ। ਜਿੰਨੀਆਂ ਰਿਸ਼ਤੇਦਾਰੀਆਂ ਘੱਟ ਹੋਣਗੀਆਂ, ਜੀਵਨ ਉਨਾ ਸੁਖੀ ਹੋਏਗਾ। ਰਿਸ਼ਤੇਦਾਰੀ ਉਹ ਹੁਣ ਪਿੱਠ ਪਿੱਛੋਂ ਗੱਲਾਂ ਨਾ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਭੈਣ ਜੀ, ਜਦ ਵੀ ਕੋਈ ਗੱਲ ਚੱਲਦੀ ਹੈ ਨਾ, ਕੋਈ ਕਹਿ ਦਿੰਦਾ ਵੀ ਹੁਣ ਸਮਝਾ ਲਓ ਇਹਨਾਂ ਨੂੰ, ਕਹਿੰਦੇ ਨਹੀਂ, ਉਹਨਾਂ ਦੀ ਜ਼ਿੰਦਗੀ ਉਹਨਾਂ ਨੇ ਵੇਖਣਾ ਹੈ। ਉਹ ਸਿਆਣੇ ਆ, ਉਹਨਾਂ ਨੂੰ ਪਤਾ ਮੈਂ ਕੀ ਕਮਾਉਣਾ, ਕੀ ਖੱਟਣਾ, ਕੀ ਕਰਨਾ ਹੈ। ਪਰ ਭੈਣ ਜੀ ਨੇ ਕਦੇ ਨਹੀਂ ਕਿਹਾ ਆਪਣੇ ਵੀਰ ਨੂੰ ਬਿਠਾ ਕੇ, ਵੀਰੇ ਤੂੰ ਕਮਾਇਆ ਕਰ, ਹੁਣ ਤੂੰ ਵਿਆਹਿਆ ਗਿਆ, ਤੇਰੇ ਸਿਰ ਜ਼ਿੰਮੇਵਾਰੀ ਹੈ। ਜਿਸ ਦਿਨ ਭੈਣੇ ਗੱਲਾਂ ਕਰਨ ਲੱਗੀ, ਸਮਝ ਲਓ ਭੈਣ ਭਰਾ ਨੂੰ ਰੋਟੀ ਨਹੀਂ ਖਵਾ ਸਕਦੀ। ਉਹ ਸਪਸ਼ਟ ਕਹਿ ਰਹੀ ਹੈ ਵੀ ਤੂੰ ਮੇਰਾ ਘਰ ਛੱਡ ਕੇ ਕਿਤੇ ਹੋਰ ਘਰ ਬਣਾ ਲਾ, ਆਪਣਾ ਕਮਾ ਕੇ ਖਾ। ਇਹਦਾ ਭਾਵ ਇਹ ਹੁੰਦਾ ਹੈ। ਤੇ ਅਸੀਂ ਕਹਿੰਦੇ ਜਦ ਤੱਕ ਸਾਨੂੰ ਭੈਣ ਕਹਿੰਦੀ ਨਹੀਂ, ਅਸੀਂ ਘਰ ਨਹੀਂ ਛੱਡਣਾ। ਸਾਨੂੰ ਆਪਣੇ ਮੂੰਹ ਤੋਂ ਕਹੇ, ਧੱਕਾ ਮਾਰ ਕੇ ਕੱਢੇ, ਰਿਸ਼ਤੇਦਾਰੀ ਇੱਥੇ ਖੜੀ, ਆਪਣਾ ਦਿਮਾਗ ਨਹੀਂ ਵਰਤਦੇ। ਪਰ ਭੈਣ ਨਾਨਕੀ ਕਹਿੰਦੇ ਅਸੀਂ ਵੀਰ ਨੂੰ ਕਦੇ ਨਹੀਂ ਕਹਿਣਾ, ਜੋ ਕਰਦੇ ਨੇ ਚੰਗਾ ਕਰਦੇ ਹੋ, ਮਾੜਾ ਤੇ ਕਰਦੇ ਕੁਝ ਨਹੀਂ, ਕਹਿੰਦੇ ਸਾਨੂੰ ਚੰਗਾ ਲੱਗਦਾ ਹੈ। ਅੱਜ ਤੱਕ ਉਹਨਾਂ ਦੇ ਕੀਤੇ ਹੋਏ ਦਾਨ ਵਿੱਚ ਕਦੇ ਘਾਟ ਨਹੀਂ ਆਈ। ਦੌਲਤ ਖਾਨ ਖਰਚ ਤੇ ਥੋਰਾ, ਹੋਤ ਵਿਸਾਲਾ ਰੰਕਣ ਓਰਾ। ਪਰ ਸਮੇਂ ਦਾ ਨਵਾਬ ਹੈਰਾਨ ਇਸ ਗੱਲ ਤੋਂ ਹੈ ਵੀ ਖਰਚਾ ਮੇਰੇ ਕੋਲ ਥੋੜਾ ਜਾਂਦਾ ਹੈ, ਵੰਡਿਆ ਬਹੁਤਾ ਜਾਂਦਾ ਹੈ। ਕਿੱਥੋਂ ਹੈ ਇੰਨੀਆਂ ਬਰਕਤਾਂ ਮੋਦੀ ਖਾਨੇ ਵਿੱਚ ਕਿਵੇਂ ਹਨ। ਸਰਬ ਦਿਵਸ ਮੇਂ ਅਪਰਨਕਾਰ, ਬੀਤ ਹੈ ਦੇਤੇ ਦਾਨ ਉਦਾਰ। ਸਵੇਰ ਤੋਂ ਸ਼ਾਮ ਤੱਕ ਸਤਿਗੁਰ ਦਿੰਦਿਆਂ ਥੱਕਦੇ ਨਹੀਂ, ਲੋਕੀ ਲੈਣ ਵਾਲੇ ਥੱਕ ਜਾਂਦੇ ਆ। ਉਹ ਪ੍ਰਮਾਤਮਾ ਹੈ ਜਿਹੜਾ ਦਾਤਾਂ ਦੇਈ ਜਾਂਦਾ ਹੈ, ਦੇਈ ਜਾਂਦਾ, ਉਹ ਕਿੱਥੇ ਥੱਕਦਾ ਹੈ। ਦੇਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਦਰ ਖਾਹੀ ਖਾਏ।
जुगा जुगा तो दुनिया खाती आई, कदे रब ने कहा भी ना मैं अज नहीं दे सकता, तो मैं छुट्टी दे अज मैं थकिया होया, अज मैं ठीक नहीं। बंदा कह सकता भी अज मैं ठीक नहीं, अज मैं आ नहीं सकता, मैं दुकान नहीं खोली, अज तेन ये चीज नहीं दे सकता, अज मेरे को आ नहीं है। पर रब दे घर देर कोई नहीं, नेड़ कोई नहीं, सदा ही वंडदा है। गुरु नानक साहब महाराज ढिल मठ दे विच भी दान ही करदे रहिंदे आ। हैरान दुनिया इस करके आ भी 12-12 घंटे दान करना, सवेर तो शाम तक 13-13 तुरना, कदे राई दी भी कमी नहीं होंदी, एक इंच भी घाटा पैंदा नहीं। दोहरा मनो पुन तन धार निज, कीनी आन दुकान, दारद शुदा जो नग्नता, तजगे पुर सुल्तान। दुनिया गल्लां करदी आ, गुरु साहब नहीं करदे। कहते मन लो कोई पुण्य कर्म रूप धारण करके आया होया है सुल्तानपुर दे विच, कहते जिन्ने दुख सी, गरीबी सी, दलिद्र सी, रोग सन, जिद्दण दे सतगुर पुण्य बन के आए ने, कहती नगरी छड्ड गए आखो सतनाम। जिथे गुरु है परमेश्वर दिता बन्ना, दुख रोग दा डेरा बन्ना। हो की रे अंत करे करनारी, आनंद करदे आ मर्द औरतां इकट्ठे होके परमात्मा दी सिफत करदे आ, ਉਹਦੇ ਰੰਗਾਂ 'ਚ ਭੇਜੇ ਹੋਏ ਆ, ਕਿਉਂਕਿ ਉਹਨੇ ਆਪ ਬਖਸ਼ਿਸ਼ ਕੀਤੀ ਹੈ। ਕੋਈ ਕੁਛ ਕਹੇ, ਕੋਈ ਕਹਿੰਦਾ ਜੀ 24 ਅਵਤਾਰਾਂ ਜੋ ਅਵਤਾਰ ਹੈ, ਕੋਈ ਕਹਿੰਦੇ ਰੱਬ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਜੋ ਮਤਲਬ ਕਿਸੇ ਦੀ ਸ਼ਰਧਾ ਹੈ, ਕਿਸੇ ਦੀ ਭਾਵਨਾ ਹੈ, ਉਸੇ ਮੁਤਾਬਕ ਗੁਰੂ ਨਾਨਕ ਸਾਹਿਬ ਦੀ ਉਹ ਸ਼ੋਭਾ ਕਰਦੇ ਹਨ। ਚੌਪਈ ਬਿਸਮਿਹ ਨਗਰ ਵਿਖੇ ਨਰ ਨਾਰੀ, ਮਨ ਅਨੁਮਾਨਤ मत जिन हारी। बड़े लोग अनुमान ला ला के, अंदाजे ला ला थक गए भी इन्ना राशन कल वेखिया सी, इन्ना कित्थों आ गया। अंदाजा जिहा हुंदा अपने सामने कोई बोरी पई आटे दी, आपां कहने इन्ने दिन चल जूगी, चीनी दी पई है इन्ने दिन चल जूगी, इन्ने बंदियां चल जू काम, आ इन्ना दुध है इन्नियां च वंडिया जा सकदा। अनुमान कहते कई लोग आउंदे आ जिहड़े सियाणे सियाणे ਉਹ ਖੜ ਕੇ अंदाजा जिहा लाउंदे आ भी मोदी खाने च अज इन्ना क राशन है, ਇਹ ਤਾਂ ਨਹੀਂ ਕੱਢਦਾ ਤਾਂ ਪਹਿਲਾਂ। ਕਹਿੰਦੇ ਜਦੋਂ ਉੱਥੇ ਰਾਸ਼ਨ ਦੀ ਕਮੀ ਕੋਈ ਨਹੀਂ, ਜਿੰਨਾ ਅਨੁਮਾਨ ਲਾਉਂਦੇ ਆ ਉਨਾ ਹੀ ਦੁੱਗਣਾ ਹੋਈ ਜਾਂਦਾ ਹੈ, ਉਨਾ ਹੀ ਵਧੀ ਜਾਂਦਾ ਹੈ। ਕਹਿੰਦੇ ਇਹ ਅਚੰਭਾ ਹੋ ਗਿਆ। ਲੋਕੀ ਪੁੱਛਦੇ ਇੱਕ ਦੂਜੇ, ਕੋਈ ਪੰਡਤਾਂ ਨੂੰ ਜਾ ਕੇ ਪੁੱਛਦਾ, ਕੋਈ ਤਾਂਤਰਿਕਾਂ ਨੂੰ ਪੁੱਛਦਾ ਹੈ, ਕਹਿੰਦੇ ਜੀ ਬਾਬੇ ਨਾਨਕ ਦੀ ਹੱਟ 'ਚ ਸਮਾਨ ਕਿਉਂ ਨਹੀਂ ਕੱਢਦਾ। ਹਰੇਕ ਬੰਦਾ ਸਿਆਣਾ ਕਹਾਉਣਾ ਚਾਹੁੰਦਾ ਹੈ ਵੀ ਜਦੋਂ ਮੈਂ ਇਹ ਗੱਲ ਜਾ ਕੇ ਲੌਜਿਕ ਨਾਲ ਦੱਸੂ, ਲੋਕੀ ਕਹਿਣਗੇ ਵਾਹ ਕਮਾਲ ਕਰਤੀ, ਤੈਨੂੰ ਕਿੱਦਾਂ ਪਤਾ ਲੱਗਿਆ। ਕੋਸ਼ਿਸ਼ ਕਰਿਆ ਕਰ ਵੀ ਗੁਰੂ ਨਾਨਕ ਸਾਹਿਬ ਦੇ ਮੋਦੀ ਖਾਨੇ ਵਿੱਚ ਇੰਨੇ ਪਦਾਰਥ ਆਉਂਦੇ ਆ, ਇੰਨਾ ਵੰਡਦੇ ਆ, ਕਮੀ ਕਿਉਂ ਨਹੀਂ ਆਉਂਦੀ। ਕਿਉ ਲਖੈ ਸਾਣ ਕਰਹੀ, ਧਰਮ ਵਧਾਵਹਿ ਕੋਈ ਉਚਰਹੀ। ਕਈ ਕਹਿੰਦੇ ਇਹ ਚੰਗਾ ਇਨਸਾਨ ਹੈ, ਕੁਛ ਕਹਿੰਦੇ ਨੇ ਇਹ ਭਗਵਾਨ ਹੈ, ਆਪਣੀ ਆਪਣੀ ਸ਼ਰਧਾ। ਕਈ ਆਖਦੇ ਕਹਿੰਦੇ ਨਾ ਇਨਸਾਨ ਹੈ ਨਾ ਹੀ ਭਗਵਾਨ ਹੈ, ਇਹ ਕੋਈ ਚੰਗੀ ਰੂਹ ਹੈ। ਅਲੱਗ ਅਲੱਗ ਸੋਚਣੀ ਆਪਣੀ। ਕਹਿੰਦੇ ਬਾਈ ਪਤਾ ਨਹੀਂ ਰੱਬ ਨੇ ਕਿਹੜੇ ਖਜ਼ਾਨੇ ਇਹਨੂੰ ਦਿੱਤੇ ਹੋਏ ਨੇ, ਸਵੇਰ ਤੋਂ ਸ਼ਾਮ ਤੱਕ ਕੋਈ ਲੋੜਵੰਦ ਆਵੇ, ਭੁਰਜਿਆ ਆਵੇ, ਸਭ ਨੂੰ ਇੱਕ ਬਰਾਬਰ ਤੋਲ ਕੇ ਦਿੰਦੇ ਹਨ। ਉਹ ਇੱਕ ਕਲਾਵਾਨੇ ਉਨਮਾਨੈ, ਕੋ ਪਾਰਸ ਕੋ ਪਾਸ ਬਛਾਨੇ। ਲੋਕਾਂ ਦੀਆਂ ਗੱਲਾਂ ਨੇ, ਕੋਈ ਕਹਿੰਦੇ ਕਲਾਵਾਨ ਹੈ, ਕਰਾਮਾਤੀ ਸ਼ਕਤੀ ਵਾਲਾ ਹੈ, ਕਈ ਕਹਿੰਦੇ ਲੱਗਦਾ ਇਹਨੂੰ ਪਾਰਸ ਦੀ ਵੱਟੀ ਲੱਗ ਗਈ ਕਿਤੋਂ, ਇਹ ਲੋਹੇ ਨੂੰ ਲਾਉਂਦਾ ਸੋਨਾ ਬਣਾ ਲੈਂਦਾ, ਇਹਦੇ ਕੋਲ ਤਾਂ ਨਹੀਂ ਨਵੀਂ ਆਉਂਦੀ, ਮੋਦੀ ਖਾਨਾ ਤਾਂ ਭਰਿਆ ਰਹਿੰਦਾ ਹੈ। ਕਈ ਕਹਿੰਦੇ ਨਹੀਂ ਇਹਨੇ ਕੋਈ ਜੰਤਰ ਮੰਤਰ ਸਿੱਧ ਕੀਤਾ ਹੋਇਆ, ਭੂਤ ਪ੍ਰੇਤ ਵਸ ਗਏ ਹੋਏ, ਇਸੇ ਕਰਕੇ ਲੋਕਾਂ ਨੂੰ ਵੰਡੀ ਜਾਂਦਾ ਏ। ਉਹ ਕਹੈ ਕਿ ਵਰਦੀਨੋ ਦੇਵਾ, ਕੋ ਜਾਣ ਹੈ ਕਿਛ ਤੰਤਰ ਨ ਸੇਵਾ। ਕੋਈ ਕਹਿੰਦਾ ਦੇਵੀ ਦੇਵਤੇ ਵਸ ਕੀਤੇ ਹੋਣੇ, ਸਿੱਧ ਕੀਤੇ ਹੋਣੇ। ਦੁਨੀਆ ਇੱਥੇ ਤੱਕ ਹੀ ਸੋਚ ਸਕਦੀ ਹੈ, ਲੋਕਾਂ ਦੀ ਸੋਚ ਹੀ ਇਹ ਹੁੰਦੀ ਹੈ। ਖਾਸ ਕਰਕੇ ਸਾਡੇ ਇੰਡੀਆ ਦੇ ਲੋਕ, ਮੈਂ ਕਹਿੰਦਾ ਜੰਤਰ ਮੰਤਰ ਤੋਂ ਬਾਹਰ ਹੀ ਨਹੀਂ ਨਿਕਲਦੇ। ਦੁਨੀਆ ਚੰਦ ਤੇ ਪਹੁੰਚ ਗਈ, ISS ਤੇ ਲੋਕ ਪਹੁੰਚੇ ਹੋਏ ਆ, ਤੇ ਸਾਡੀ ਸੋਚ ਰੱਬ ਹੀ ਰੱਖੇ, ਕਿਸੇ ਦਾ ਨੁਕਸਾਨ ਹੋ ਜੇ ਨਾ, ਹਾਂ ਜੀ ਗਵਾਂਢੀ ਸਾਡੇ ਨਾਲ ਫਲਾਣਿਆਂ ਦੇ ਬਹੁਤ ਜਾਂਦੇ ਆ, ਕਰਾਤਾ ਹੋਣਾ ਕੁਝ ਜੀ, ਸਾਡੇ ਤੇ ਮੁੰਡੇ ਦਾ ਵੀਜ਼ਾ ਹੀ ਨਹੀਂ ਲੱਗਦਾ।
ਗਵਾਂਢੀ ਆ ਜਿਹੜੇ ਸਾਡੇ ਕਲਹਿਣੇ ਆ ਜੀ ਤੰਤਰਿਕਾਂ ਨੂੰ ਤੁਰੇ ਫਿਰਦੇ। ਲੈ ਦੱਸ ਕਿੱਥੇ ਤੁਰੇ ਫਿਰਦੀ ਦੁਨੀਆ, ਸੋਚ ਕਿੱਥੇ ਖੜੀ ਹੈ ਵੀ ਜੇ ਬੰਦਾ ਹੀ ਸਾਰਾ ਕੁਝ ਕਰ ਸਕਦਾ ਹੈ ਤੇ ਫਿਰ ਰੱਬ ਨੂੰ ਰੱਬ ਕੌਣ ਕਹੇ। ਉਸ ਵੇਲੇ ਜਿਹਨਾਂ ਦੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਨਾ ਗੱਲ, ਇਹ ਲਫ਼ਜ਼ ਚੱਲਦੇ ਕਿੱਥੇ, ਤਰਕਾਂ ਕਿੱਥੇ ਚੱਲਦੀਆਂ। ਜਦੋਂ ਬੰਦੇ ਦਾ ਦਿਮਾਗ ਸੋਚਣਾ ਛੱਡ ਦਿੰਦਾ ਨਾ, ਉਹ ਤੋਂ ਅੱਗੇ ਸੋਚ ਨਾ ਜਾਵੇ, ਫਿਰ ਉੱਥੇ ਉਹ ਡਾਕਟਰ ਕਰ ਲੈਂਦਾ ਵੀ ਇਹਨੇ ਇਹ ਗੱਲ ਕਹੀ, ਇਹਦਾ ਮਤਲਬ ਇੱਦਾਂ ਹੋ ਸਕਦਾ ਹੈ। ਅੱਜ ਨੇ ਬਾਬਿਆਂ ਕੋਲ ਝਾੜ ਫੂਕ ਜੇ ਕਰਾਉਂਦੇ ਫਿਰਦੇ ਆ, ਇਹ ਸਮਝੋ ਵੀ ਇਹਨਾਂ ਦੇ ਦਿਮਾਗ ਇਹ ਤੋਂ ਵੱਧ ਹੁਣ ਸੋਚ ਨਹੀਂ ਸਕਦੇ, ਸੋਚ ਥੱਕ ਗਏ ਨੇ। ਹੁਣ ਜਿਵੇਂ ਕੋਈ ਕਹਿੰਦਾ ਉਵੇਂ ਮੰਨ ਲੈਂਦੇ। ਪੜ੍ਹੇ ਲਿਖੇ ਲੋਕ ਐਡਵੋਕੇਟ ਬਣੇ ਹੋਏ, ਉਹ ਵੀ ਧੂਫਾਂ ਚੱਕੀ ਫਿਰਦੇ ਹੁੰਦੇ, ਕਹਿੰਦੇ ਬਾਬਾ ਜੀ ਕਿਰਪਾ ਕਰੋ, ਮੰਤਰ ਪੜ੍ਹ ਦਿਓ, ਸਿਰ ਤੇ ਹੱਥ ਰੱਖੋ, ਪੈਨ ਕਰਕੇ ਦੇ ਦਿਓ, ਕੁੜੀ ਪਾਸ ਹੋ ਵੀ ਜੇ ਪੜ੍ਹੂਗੀ ਤਾਂ ਹੀ ਹੋਊਗੀ। ਪੜ੍ਹਨਾ ਤੇ ਹੈ ਨਹੀਂ, ਨਾ ਕਾਲਜ ਪੜ੍ਹਨਾ ਨਾ ਯੂਨੀਵਰਸਿਟੀ ਜਾਣਾ। ਤੇ ਫਿਰ ਬਾਬਿਆਂ ਦੇ ਪੈਨ ਜੇ ਪਾਸ ਕਰਨ ਲੱਗ ਗਏ ਤੇ ਫਿਰ ਬਾਬੇ ਆਪ ਕਿਉਂ ਨਹੀਂ PhD ਕਰ ਗਏ, ਆਪ ਕਿਉਂ ਅਨਪੜ੍ਹ ਬੈਠੇ ਆ। ਅੰਧ ਵਿਸ਼ਵਾਸ ਉਦੋਂ ਵੀ ਸੀ ਲੋਕਾਂ 'ਚ। ਕਹਿੰਦੇ ਕਿਸੇ ਮੌਲਵੀ ਕੋਲ ਜਾਂਦਾ ਹੋਣਾ, ਕਿਸੇ ਤਾਂਤਰਿਕ ਕੋਲੋਂ ਇਹਨੇ ਤੰਤਰ ਵਿਦਿਆ ਸਿੱਖੀ ਹੋਣੀ, ਨਹੀਂ ਤੇ ਖਜ਼ਾਨਾ ਮੁੱਕਦਾ ਹੀ ਹੁੰਦਾ ਹੈ, ਇਹਦੇ ਮੁੱਕਦੇ ਕਿਉਂ ਨਹੀਂ। ਆਖਤ ਕੋਈ ਭਗਤ ਹੀ ਪੂਰਾ, ਸ੍ਰੀ ਹਰਿ ਕੋਸ਼ ਕਰੈ ਨਹਿ ਊਰਾ। ਤੇ ਸਮੇਂ ਦਾ ਨਵਾਬ ਵੀ ਪੁੱਛਦਾ, ਕਹਿੰਦਾ ਮੈਨੂੰ ਪੱਕੀ ਗੱਲ ਦੱਸੋ ਵੀ ਸਾਡੇ ਮੋਦੀ ਕੋਲ ਐਸੀ ਕਿਹੜੀ ਗਿੱਦੜ ਸੀ ਵੀ ਸਮਾਨ ਨਹੀਂ ਮੰਗਦਾ। ਕੋਈ ਕਹਿੰਦਾ ਜੀ ਇਹਦੇ ਕੋਲ ਰੱਬ ਦਾ ਖਜ਼ਾਨਾ ਹੈ, ਕੋਈ ਕਹਿੰਦਾ ਜੀ ਤੰਤਰ ਮੰਤਰ ਪੜ੍ਹਦਾ ਹੈ, ਕਈ ਕਹਿੰਦੇ ਨਾ ਜੀ ਨਾ ਐਸਾ ਕੁਛ ਨਹੀਂ, ਤੇ ਭਗਤ ਆਦਮੀ ਹੈ, ਭਗਤਾਂ ਦਾ ਰੱਬ ਸਾਥੀ ਹੁੰਦਾ ਹੈ। ਇਹ ਅੰਦਾਜ਼ੇ ਆ, ਲੋਕੀ ਲਾਉਂਦੇ ਆ, ਲਾਈ ਜਾਂਦੇ ਆ ਜੀ। ਤੁਹਾਡੇ ਬਾਰੇ ਲੋਕ ਕਿੰਨਾ ਕੁਛ ਕਹਿੰਦੇ ਆ, ਸਾਡੇ ਬਾਰੇ ਕਿੰਨਾ ਕੁਛ ਕਹਿੰਦੇ, ਕਹਿ ਲੈਣ ਦਿਓ ਤਾਂ ਕੀ ਹੋਣਾ। ਆਪਣੀ ਆਪਣੀ ਸੋਚ ਹੈ, ਤੁਸੀਂ ਜਿਹੋ ਜਿਹਾ ਨਜ਼ਰੀਆ ਰੱਖੋਗੇ ਤੁਹਾਨੂੰ ਦੁਨੀਆ ਉਹੋ ਜਿਹੀ ਹੀ ਦਿਸੇਗੀ, ਉਹ ਤੋਂ ਵੱਧ ਨਹੀਂ ਦੇਖ ਸਕਦੇ। ਜਿਵੇਂ ਦੀ ਸੋਚ ਰੱਖੋਗੇ ਉਵੇਂ ਦੇ ਲੋਕ ਮਿਲੀ ਜਾਣਗੇ। ਸੋਚ ਚੇਂਜ ਕਰਕੇ ਵੇਖੋ, ਆਪਾਂ ਕਹਿੰਦੇ ਨਾ ਸੋਚ ਬਦਲੋ ਜ਼ਮਾਨਾ ਬਦਲੋ, ਉਹਦਾ ਭਾਵ ਕੀ ਹੁੰਦਾ ਹੈ ਵੀ ਆਪਣੇ ਸੋਚਣ ਦਾ ਤਰੀਕਾ ਬਦਲ ਕੇ ਵੇਖ। ਜ਼ਮਾਨਾ ਉਹੀ ਹੈ, ਜਿੱਦਣ ਮੰਨ ਲਓ ਤੁਹਾਡੇ ਨਾਲ ਕਿਸੇ ਨੇ ਠੱਗੀ ਮਾਰ ਲਈ, ਬੇਈਮਾਨੀ ਕਰ ਲਈ, ਤੁਹਾਡਾ ਹਰ ਚੰਗੇ ਬੰਦੇ ਤੇ ਵੀ ਸ਼ੱਕ, ਯਾਰ ਇਹ ਧੋਖੇ ਨਾ ਬੈਠੇ, ਇਹ ਇੰਨਾ ਨੇੜੇ ਜੇ ਹੋ ਜਾਂਦਾ ਕਿਤੇ ਠੱਗੀ ਹੋਣਾ ਮਾਰ, ਤੁਹਾਡੀ ਨਜ਼ਰ ਬਣ ਗਈ। ਤੇ ਇੱਕ ਬੰਦੇ ਨੇ ਤੁਹਾਡੇ ਨਾਲ ਖੜ ਕੇ ਚੰਗੇ ਕੰਮ ਕੀਤੇ, ਬਹੁਤ ਵਧੀਆ ਤੁਹਾਡੀ ਨਜ਼ਰ 'ਚ, ਤੁਹਾਨੂੰ ਹਰੇਕ ਬੰਦਾ ਹੀ ਲੱਗੀ ਜਾਂਦਾ ਯਾਰ ਇਹ ਵੀ ਚੰਗਾ, ਆ ਵੀ ਚੰਗਾ, ਆ ਵੀ ਚੰਗਾ। ਕਹਿੰਦੇ ਉਸ ਵੇਲੇ ਆਪਣੇ ਨਜ਼ਰੀਏ ਲੋਕਾਂ ਨੇ ਵਰਤਣੇ ਸ਼ੁਰੂ ਕੀਤੇ। ਗੁਰੂ ਨਾਨਕ ਸਾਹਿਬ ਜੀ ਬਾਰੇ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਨੇ, ਪਰ ਜਦ ਕੋਈ ਆ ਕੇ ਪੁੱਛਦਾ ਤੁਸੀਂ ਕੌਣ, ਤੇ ਸਤਿਗੁਰ ਕਹਿੰਦੇ ਆ ਮੈਂ ਰੱਬ ਦਾ ਬੰਦਾ ਆ, ਖਾਲਸਾ ਦਾ ਨਾਮ, ਇਹ ਤੋਂ ਬਾਅਦ ਕੁਛ ਨਹੀਂ ਹੈ। ਸਮੇਂ ਦਾ ਨਵਾਬ ਵੀ ਪੁੱਛਦਾ ਸੀ, ਉਹਨੇ ਮੌਲਵੀ ਬਣਾਉਣੇ, ਕੋਲ ਕਾਜੀ ਬੁਲਾਉਣੇ, ਵੀ ਇਹੋ ਜਿਹਾ ਕੀ ਹੋ ਸਕਦਾ ਮੋਦੀ ਖਾਨੇ ਵਿੱਚ ਵੀ ਜਿੰਨੇ ਆਪਾਂ ਪੈਸੇ ਦਿੰਨੇ ਆ ਉਹ ਤੋਂ ਦੁੱਗਣੀ ਬੱਚਤ ਹੋ ਰਹੀ ਹੈ। ਉਹ ਵੀ ਬਚੇ ਹੁੰਦੇ ਆ, ਲੋਕ ਵੀ ਭੁੱਖੇ ਨਹੀਂ ਜਾਂਦੇ, ਰੱਜ ਕੇ ਜਾਂਦੇ ਆ। ਕਹਿੰਦੇ ਇਹ ਚਰਚਾ ਹੋਣ ਲੱਗ ਪਈ। ਉਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਸੋਚਦੇ ਆ ਵੀ ਲੈਣ ਤੇ ਕੋਈ ਆਇਆ ਨਹੀਂ, ਚਿੱਠੀ ਉਹ ਪਾ ਦਈਏ, ਸ਼ਾਇਦ ਲੈਣ ਆ ਜਾਣ ਜਾਂ ਭੇਜ ਦਈਏ। ਹੁਣ ਕੱਲ ਤੋਂ ਬਾਅਦ ਜਿਹੜੇ ਚੋਜ ਆਉਣਗੇ ਨਾ ਬੜੇ ਅਲੱਗ ਜਿਹੇ ਤਰੀਕੇ ਦੇ ਹੋਣਗੇ, ਸੁਣਨ ਵਾਲੇ ਆ, ਬੜਿਆਂ ਨੇ ਪਹਿਲੀ ਵਾਰ ਸੁਣਨੇ ਆ, ਬੜਿਆਂ ਨੇ ਹੋ ਸਕਦਾ ਕਿਤੇ ਸੁਣੇ ਵੀ ਹੋਣ। ਗੁਰੂ ਸਾਹਿਬ ਕਿਰਪਾ ਕਰਨ, ਚੱਲ ਰਹੀ ਪਾਵਨ ਕਥਾ ਦਾ ਆਨੰਦ ਇਸੇ ਤਰ੍ਹਾਂ ਮਾਣਦੇ ਰਹਿਣਾ। ਵਾਹਿਗੁਰੂ।